ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ। ਮੁਬਾਰਕ ਹੋ ਤੁਸੀਂ ਜਦ ਮੇਰੇ ਕਰਕੇ ਯਿਸੂ ਮਸੀਹ ਨੇ ਕਿਹਾ ਤੁਹਾਨੂੰ ਬੋਲੀਆਂ ਮਾਰਨ ਅਤੇ ਸਤਾਉਣਗੇ ਅਤੇ ਸਤਾਉਣਗੇ, ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਹਰੇਕ ਬੁਰੀ ਗੱਲ ਤੁਹਾਡੇ ਤੇ ਝੂਠ ਮੂਠ ਲਾਉਣਗੇ। ਆਨੰਦ ਹੋਵੋ ਆਨੰਦ ਹੋਵੋ ਅਤੇ ਖੁਸ਼ੀ ਕਰੋ, ਅਤੇ ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਇੱਕ ਵੀ ਵਿਸ਼ਵਾਸੀ ਖੁਸ਼ੀ ਨਹੀਂ ਮਨਾ ਸਕਦਾ ਜੇ ਉਹਨੂੰ ਕਿਸੇ ਨੇ ਕਿਹਾ ਨਾ ਕੋਈ ਖਿਲਾਫ ਦੀ ਗੱਲ ਕੀਤੀ। ਇੱਕ ਵੀ ਵਿਸ਼ਵਾਸੀ ਇਦਾਂ ਦਾ ਨਹੀਂ ਜਿਹੜਾ ਆਨੰਦ ਕਰੇ, ਖੁਸ਼ੀ ਮਨਾਏ ਕਿ ਪ੍ਰਭੂ ਸਵਰਗ ਵਿੱਚ ਫਾਲਾ। ਕੋਈ ਇਦਾਂ ਦਾ ਵਿਸ਼ਵਾਸੀ ਤਾਂ ਹੈਗਾ? ਇਦਾਂ ਦਾ ਹੁੰਦਾ ਕਦੀ ਕਿ ਤੁਹਾਡੇ ਕੋਈ ਮੁਖਾਲਫਤ ਕਰੇ, ਤੁਹਾਡੇ ਕੋਈ ਵਿਰੋਧ ਕਰੇ, ਤੁਸੀਂ ਖੁਸ਼ੀ ਮਨਾਓ, ਆਨੰਦ ਮਨਾਓ, ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਅਸਮਾਨ ਤੋਂ ਬਰਕਤ ਆ ਰਹੀ ਹੋ? ਨਹੀਂ, ਗੁੱਸਾ ਆ ਜਾਏਗਾ। ਗੱਲ ਕਰਨ ਦੀ ਅੰਦਰ ਰਹੇਗੀ, ਮੈਂ ਗੱਲ ਕਰਕੇ ਹਟਣਾ ਆ, ਇਹਨਾਂ ਪੁੱਛਣਾ ਇੱਕ ਵਾਰੀ। ਪਰ ਇਹ ਗੱਲ ਖੁਸ਼ੀ ਆਨੰਦ ਨਹੀਂ ਆਏਗਾ ਜਿਹੜੀ ਆਏ ਤਾਂ ਨਹੀਂ ਹੈਗੀ। ਜੇ ਇਹ ਨਹੀਂ ਆਏਗਾ ਤੇ ਪਵਿੱਤਰ ਆਤਮਾ ਦਾ ਵਰਦਾਨ ਵੀ ਨਹੀਂ ਆਏਗਾ। ਇਹ ਵਿਸ਼ਵਾਸੀ, ਮੈਂ 15 ਚੈਪਟਰ ਪੜ੍ਹਦਾ ਰੋਜ਼, ਬਹੁਤ ਲੋਕ, ਮੈਂ 5 ਚੈਪਟਰ ਪੜ੍ਹਦਾ, ਮੈਂ 10 ਪੜ੍ਹਦਾ, ਪੜ੍ਹੀ ਜਾ, ਸਾਰੀ ਜ਼ਿੰਦਗੀ ਪੜ੍ਹ ਕੇ ਤੂੰ ਕਦੀ ਪੂਰਾ ਨਹੀਂ ਕਰ ਸਕਦਾ। ਪੜ੍ਹਨ ਤੋਂ ਕੀ ਲੈਣਾ ਜਦ ਮੈਂ ਚੱਲਣਾ। ਇਹਦਾ ਲਿਖਿਆ, ਇਹ ਜਿਹੜੀ ਲਾਈਨ ਨੂੰ ਚੇਤੇ ਰੱਖੋ, ਇਹ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਪਹਾੜੀ ਉਪਦੇਸ਼ 'ਚ ਗੱਲ ਕਹੀ। ਫਿਰ ਪੜ੍ਹ ਇਹਨੂੰ, ਤੂੰ ਧੰਨ ਹੋ ਤੁਸੀਂ ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਜਦ ਮਾਰਨਗੇ। ਮਨੁੱਖ ਮੇਰੇ ਕਾਰਨ ਤੁਹਾਨੂੰ ਕੀ ਮਾਰਨ? ਬੋਲੋ, ਕੀ ਮਾਰਨ? ਬੋਲੀਆਂ ਮਾਰਨ। ਤੇ ਮੈਂ ਉਹਨੂੰ ਕਹੂੰਗੀ ਮੈਂ ਪੁੱਛ ਕੇ ਹਟਣਾ, ਛੱਡਣਾ ਨਹੀਂ ਜਦ ਤੱਕ ਮੈਂ ਪੁੱਛ ਲਿੱਤਾ। ਗੱਲ ਕਲੀਅਰ ਕਰਕੇ ਛੱਡੂ ਮੈਂ। ਫਿਰ ਤੇਰੇ ਤੇ ਕੀ ਆਉਣਾ? ਤੂੰ ਆਪਣੀ ਗੱਲ ਕਲੀਅਰ ਕਰ ਲੈ, ਤੇਰੇ ਤੇ ਕੁਛ ਵੀ ਪਰਮੇਸ਼ਰ ਵੱਲੋਂ ਬਰਕਤ ਆਉਣ ਵਾਲੀ ਨਹੀਂ ਹੈ। ਫਿਰ ਤੂੰ ਪੁੱਛਣ ਵਾਲੇ ਵਿੱਚੋਂ ਪੁੱਛੀ ਜਾ। ਜੇ ਤੂੰ ਇਹ ਕਵੇਂ, ਜੇ ਤੂੰ ਇਹ ਕਹਿ ਮੈਂ ਜਾ ਤੈਨੂੰ ਖਿਮਾ ਕੀਤਾ ਜਾ, ਖੁਦਾ ਤੈਨੂੰ ਮਾਫ ਕਰੇ, ਹਾਂਜੀ, ਫਿਰ ਸਮਝਾ ਤੇਰੇ ਤੇ ਬਲੈਸਿੰਗ ਆਉਣ ਵਾਲੀ ਹੈ, ਅਸਮਾਨ ਖੁੱਲ ਰਿਹਾ ਫਿਰ ਤੇਰੇ ਲਈ। ਇਦਾਂ ਲਿਖਿਆ ਹੈ। ਔਰ ਕੀ ਲਿਖਿਆ? ਅਤੇ ਸਤਾਉਣਗੇ ਅਤੇ ਸਤਾਉਣਗੇ, ਅਤੇ ਹਰੇਕ ਬੁਰੀ ਗੱਲ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੁੱਠ ਲਾਉਣਗੇ। ਔਰ ਆਨੰਦ ਹੋਵੋ ਤੇ ਖੁਸ਼ੀ ਕਰੋ, ਹਾਂ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਆਹਾ। ਇਸ ਲਈ ਜੋ ਉਹਨਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ। ਜੇ ਇਹ ਗੱਲ ਅੱਜ ਵਿਸ਼ਵਾਸ ਨਾ ਹੋਵੇ ਤਾਂ ਉਹ ਕਹਿੰਦਾ ਇਹ ਕੋਈ ਯਿਸੂ ਮਸੀਹ ਜੀ ਨੇ ਕਿਹਾ ਚੇਲਿਆਂ ਨੂੰ, ਕਹਿੰਦੇ ਕੋਈ ਵੱਡੀ ਗੱਲ ਨਹੀਂ, ਤੁਹਾਡੇ ਤੋਂ ਪਹਿਲਾਂ ਵੀ ਇਦਾਂ ਹੋਇਆ। ਪਰ ਤੁਸੀਂ ਆਨੰਦ ਮਨਾਓ, ਖੁਸ਼ੀ ਮਨਾਓ ਕਿ ਸਵਰਗ ਤੋਂ ਕੁਛ ਆਏਗਾ ਸਵਰਗ ਤੋਂ। ਇੱਥੇ ਤੱਕ ਆਉਣ ਵਾਸਤੇ ਵਿਸ਼ਵਾਸੀ ਬਹੁਤ ਮੁਸ਼ਕਲ ਆ, ਬਹੁਤ ਪ੍ਰੋਬਲਮ ਆ ਇਸ ਗੱਲ ਦੀ ਕਿ ਕਦੋਂ ਇਸ ਸਿਸਟਮ ਵਿੱਚ ਸਾਡਾ ਜੀਵਨ ਹੋਊਗਾ ਤੇ ਕਦੋਂ ਅਸਮਾਨ ਖੁੱਲੇਗਾ ਮੇਰੇ ਲਈ। ਸਵਰਗ 'ਚ ਬਹੁਤਾ ਫਲ ਹੈ, ਬਹੁਤ ਜ਼ਿਆਦਾ। ਪਰ ਇੱਦਾਂ ਦਾ ਬਣਨ ਵਾਸਤੇ ਬਾਈਬਲ ਸਿੱਖਣੀ ਪੈਂਦੀ ਹੈ। ਨੋਟ ਕਰੋ, ਜਿੰਨਾ ਬਾਈਬਲ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਉੱਥੇ ਆਹ ਗੱਲ ਲਿਖੀ, ਇਹ ਨਹੀਂ ਕਰਨੀ ਯਾਰ, ਇਹਦੇ ਨਾਲ ਤਾਂ ਬਰਕਤ ਆਉਂਦੀ ਹੈ ਤੇ ਮੈਂ ਬਰਕਤ ਗਵਾ ਰਿਹਾ। ਔਰ ਇਹ 100% ਅਸੀਂ ਪੁੱਛ ਕੇ ਹਟਾਂਗੇ। ਇਹ ਸਭ ਤੋਂ ਵੱਡੀ ਘਾਟ ਵਿਸ਼ਵਾਸੀਆਂ ਅੰਦਰ ਆ, ਉਹ ਕਦੀ ਮਾਫ ਨਹੀਂ ਕਰਨਗੇ ਬਲਕਿ ਔਰ ਸਿਸਟਮ ਵਿੱਚ ਚੱਲਣਗੇ। ਇਹਦਾ ਲਿਖਿਆ ਅੰਦਰ ਬਦੀ ਰੱਖਦੇ ਆ, ਬੁਲਾਉਣਾ ਨਹੀਂ ਅਸੀਂ, ਕੋਈ ਗੱਲ ਨਹੀਂ। ਫਿਰ ਤੂੰ ਯਾਦ ਰੱਖੇ ਦਰਵਾਜ਼ਾ ਵੀ ਬੰਦ ਹੀ ਆ। ਜਿਹੜੇ ਕੰਮ ਨਾ ਹੋਇਆ ਸ਼ੈਤਾਨ ਨੇ ਅੰਦਰ ਆ ਕੇ ਆਉਣਾ, ਤੇਰੇ ਲਈ ਖੁਦਾ ਨੇ ਕੀ ਕੀਤਾ। ਉਹਨੇ ਇਹ ਨਹੀਂ ਕਹਿਣਾ ਕਿ ਮੈਂ ਖੁਦਾ ਲਈ ਕੁਛ ਨਹੀਂ ਕੀਤਾ, ਮੈਂ ਪਾਪ ਦੇ ਵਿੱਚ ਰਿਹਾ ਤੇ ਪਾਪ 'ਚ ਰਹੀ ਹਾਂ, ਮੇਰੇ ਲਈ ਯਿਸੂ ਮਸੀਹ ਨੇ ਕੁਛ ਨਹੀਂ ਕਹਿਣਾ, ਮੇਰੇ ਲਈ ਯਿਸੂ ਮਸੀਹ ਨੇ ਕੀ ਕੀਤਾ। ਸ਼ੈਤਾਨ ਵੀ ਕਹਿੰਦਾ ਤੇਰੇ ਲਈ ਕੀ ਕੀਤਾ। ਮੈਂ ਜਿਹੜੇ ਸਹੀ ਚੱਲੂੰਗਾ ਮੇਰੇ ਲਈ ਯਿਸੂ ਮਸੀਹ ਸਭ ਕੁਛ ਕਰੇ। ਮੈਂ ਤੁਹਾਨੂੰ ਹੁਣ ਇੱਕ ਫੋਟੋ ਦਿਖਾਣੀ ਬਾਈਬਲ ਦੀ, ਉਹਦੇ ਲਈ ਖੁਦਾ ਨੇ ਕੀ ਕੀਤਾ। ਹੁਣ ਦੇਖੇ ਨਾ, ਇਹ ਲਾਈਨ ਬਹੁਤ ਹੀ ਅੱਛੀ ਆ। ਔਰ ਦੂਸਰੀ ਆਇਤ ਜਿਹੜੀ ਆ ਗਲਾਤੀਆਂ ਦਾ ਪੱਤਰੀ, ਉਹਦਾ ਸ਼ਾਇਦ 5:22 ਪੜ੍ਹ ਕੇ ਲਿਖਿਆ, ਉੱਥੇ ਵੀ ਇੱਕ ਬਹੁਤ ਅੱਛੀ ਇੱਕ ਲਾਈਨ ਲਿਖੀ, ਮੈਂ ਚਾਹੁੰਦਾ ਕਿ ਤੁਸੀਂ ਸਭ ਪਵਿੱਤਰ ਆਤਮਾ ਦੇ ਵਰਦਾਨਾਂ ਨੂੰ ਪ੍ਰਾਪਤ ਕਰੋ, ਪਰ ਤੁਹਾਨੂੰ ਇਹ ਚੀਜ਼ਾਂ ਵਿੱਚ ਲਿਆਉਣੀਆਂ ਪੈਣਗੀਆਂ, ਫਿਰ ਪਵਿੱਤਰ ਆਤਮਾ ਦਾ ਵਰਦਾਨ ਤੇਰੇ ਵਿੱਚ ਆਏਗਾ। ਉਹਦੀ ਸ਼ਕਤੀ ਦੇ ਜਿਹੜੇ ਆਚਾਰੇ ਕਰਨ ਫਿਰ ਤੇ ਚ ਪ੍ਰਗਟ ਹੋਣਗੇ। ਹਾਂ ਪੜ੍ਹੀਏ। ਪਰ ਆਤਮਾ ਦਾ ਫਲ ਇਹ ਹੈ, ਸੁਣੀਏ, ਜਿਹਦੇ ਅੰਦਰ ਸਹੀ ਖੁਦਾ ਦੀ ਤਲੀਮਾਂ, ਆਤਮਾ ਦਾ ਫਲ ਇਹ ਆ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ। ਇਹ ਮੇਰੇ ਲਈ ਵੀ ਆ। ਮੈਂ ਇਹ ਨਾ ਸੀ ਮੈਂ ਤੈਨੂੰ ਪ੍ਰੀਚ ਕਰ ਰਿਹਾ ਇਕੱਲਾ, ਇਹ ਮੇਰੇ ਲਈ ਵੀ ਇਹ ਲਾਈਨਾਂ ਹੈਗੀਆਂ, ਮੇਰੇ ਲਈ ਵੀ, ਕਿਉਂਕਿ ਮੇਰੇ ਵਿੱਚੋਂ ਦੀ ਹੋ ਕੇ ਜਾ ਰਹੀਆਂ, ਪਹਿਲਾਂ ਮੇਰੇ ਲਈ ਆ ਫਿਰ ਤੁਹਾਡੇ ਲਈ ਆ। ਇੱਦਾਂ ਲਿਖਿਆ। ਹਾਂ, ਔਰ ਵਫਾਦਾਰੀ, ਹਾਂ, ਨਰਮਾਈ ਅਤੇ ਸੰਜਮ, ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ ਹੈ। ਸੁਣੀਏ, ਇਹ ਗੱਲਾਂ ਹਨ, ਇਹ ਹੈ ਪਵਿੱਤਰ ਆਤਮਾ ਦਾ ਪਹਿਲਾ ਫਲ। ਫਿਰ ਪੜੋ ਸਾਹਿਤ ਨੂੰ, ਪ੍ਰੇਮ, ਆਨੰਦ,
प्रेम आनंद शांति प्रेम आनंद शांति धीरज दयालगी प्रेम आनंद शांति वाला व्यक्ति होएगा, धीरज दयालगी नरमाई संयम और भलाई वफादारी भलाई वफादारी नरमाई संजम नरमाई ते संयम। ਇਹ ਜਿਹੜੀਆਂ ਗੱਲਾਂ ਹਨ ਵਿਸ਼ਵਾਸੀ ਦੇ ਅੰਦਰ ਆਣਗੀਆਂ। ਫਿਰ ਆ ਜਿਹੜੀ ਲਾਈਨ ਅਸੀਂ ਪੜ੍ਹੀ ਹੈ ਮਤੀ ਇੰਜੀਲ, ਫਿਰ ਤੂੰ ਜਿਹੜੇ ਤੇਰੇ ਬਾਰੇ ਕੋਈ ਕਹੇਗਾ ਤੇਰੇ ਅੰਦਰ ਇਹ ਚੀਜ਼ਾਂ ਹੋਣਗੀਆਂ ਗਲਤੀਆਂ ਦੇ ਖੱਤ ਵਾਲੀਆਂ, ਤੇ ਤੂੰ ਉਹਨੂੰ ਕਹੇਗਾ ਛੱਡ ਪਰਾਂ ਕੁਛ ਵੀ ਨਹੀਂ, ਖੁਦਾ ਸਵਰ ਖੁੱਲ੍ਹਣ ਜਾ ਰਿਹਾ ਮੇਰੇ ਲਈ, ਇਹ ਤਾਂ ਕਰਕੇ ਹੋ ਰਿਹਾ। ਥੈਂਕ ਯੂ ਹੋਲੀ ਸਪਿਰਿਟ, ਮੈਨੂੰ ਪਤਾ ਜਿਲੇ ਮੈਂ ਕੋਈ ਇਹਦੇ ਪ੍ਰਤੀ ਪਾਪ ਨਹੀਂ ਕਰੂੰਗਾ ਤਾਂ ਮੇਰੇ ਲਈ ਸਵਰ ਖੁੱਲ੍ਹੇਗਾ, ਮੇਰੀ ਚੰਗਿਆਈ ਲਈ ਰਸਤਾ ਖੁੱਲ੍ਹੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਹੁਤੇ ਲੋਕ ਜਿਹੜੇ ਹੀਲਿੰਗ ਨਹੀਂ ਨਾ ਹੁੰਦੀ ਉਹਦੇ ਕਾਰਨ ਆ ਇਹ ਕਾਰਨ। ਇਹ ਡਾਕਟਰ ਪੌਲ ਜੰਗੀ ਚੌ ਦੀ ਪੁਸਤਕ 'ਚ ਜੋ ਕੋਰੀਆ ਦੇ ਇੱਕ ਬਹੁਤ ਵੱਡੇ ਪ੍ਰਭੂ ਦੇ ਦਾਸ ਆ ਜਿਨ੍ਹਾਂ ਦਾ 15 ਲੱਖ ਤੋਂ ਵੀ ਜ਼ਿਆਦਾ ਲੋਕ ਉਹਨਾਂ ਦੇ ਚਰਚ ਵਿੱਚ ਆ, ਉਹਨਾਂ ਆਪਣੀ ਪੁਸਤਕ 'ਚ ਲਿਖਿਆ ਕਿੰਨੀਆਂ ਚੰਗਿਆਈਆਂ ਰੁਕ ਜਾਂਦੀਆਂ ਹਨ। ਉਹਨਾਂ ਨੇ ਇਹ ਗੱਲਾਂ ਦੱਸੀਆਂ ਕਿ ਉਹਨਾਂ ਦੇ ਕਾਰਨ ਜਿੰਨੀ ਮਰਜ਼ੀ ਕੋਈ ਅੱਛਾ ਪ੍ਰਚਾਰਕ ਦੁਆ ਕਰੇ ਹੀਲਿੰਗ ਨਹੀਂ ਹੁੰਦੀ। ਉਹਦੇ ਕਾਰਨ ਹੈ ਕਿ ਇਸ ਕਰਕੇ ਨਹੀਂ ਹੀਲਿੰਗ ਹੁੰਦੀ ਕਿ ਉਹਨਾਂ ਦੇ ਅੰਦਰ ਇਹ ਗੱਲ ਨਹੀਂ ਹੁੰਦੀ, ਚਲੋ ਇੱਕਦਮ ਉਹ ਫੈਸਲੇ ਤੇ ਆ ਜਾਂਦੇ, ਕਦੀ ਕੁਝ ਕਹਿ ਦੇ ਫੈਸਲਾ ਹੁੰਦਾ ਫੜਾ। ਮਸੀਹ ਵਿੱਚ ਮੇਰੇ ਭੈਣ ਭਰਾ, ਆਪਣੀ ਆਸ਼ੀਸ਼ ਨੂੰ ਆਪ ਤੁਸੀਂ ਰਿਹਾਈ ਦਿਵਾਉਣੀ ਆ। ਆਪਣੀ ਚੰਗਿਆਈ ਨੂੰ, ਆਪਣੇ ਵਰਦਾਨਾਂ ਨੂੰ, ਆਪਣੇ ਧਨ ਦੀ ਜਿਹੜੀ ਘਟੀ ਆ ਤੁਹਾਡੀ ਜਾਂ ਤੁਹਾਡੀਆਂ ਰੁਕੀਆਂ ਆਸ਼ੀਸ਼ਾਂ, ਉਹ ਤੁਹਾਡੇ 'ਤੇ ਨਿਰਭਰ ਆ, ਪਾਸਟਰ 'ਤੇ ਨਹੀਂ। ਉਹ ਤੁਹਾਨੂੰ ਹੀ ਇਹਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਪਏਗਾ ਅਤੇ ਅਸਮਾਨ ਖੁੱਲ੍ਹ ਜਾਏਗਾ ਤੁਹਾਡੇ ਲਈ। ਇਹ ਬਾਈਬਲ ਦੀ ਗੱਲ ਆ, ਮੇਰੀ ਨਹੀਂ, ਵਚਨ ਦੀ ਗੱਲ ਆ। ਇਸੇ ਕਰਕੇ ਹਜ਼ਾਰਾਂ ਲੋਕ ਉਹ ਫਿਰ ਜਿਹੜੇ ਨਹੀਂ ਹੁੰਦਾ ਉਹ ਟੁੱਟਦੇ ਹਨ। ਕਈ ਹੋ ਵੀ ਜਾਂਦੇ ਆ, ਇੱਦਾਂ ਨਹੀਂ ਕਰਨਾ, ਜਿਹੜੇ ਲੋਕ ਹੋ ਜਾਂਦੇ ਉਹ ਵੀ ਟਿਕਦੇ ਨਹੀਂ, ਉਹ ਵੀ ਭੱਜ ਜਾਂਦੇ ਹਨ, ਉਹ ਵੀ ਭੱਜਦੇ ਹਨ। ਉਹ ਸਰੀਰਕ ਹੁੰਦੇ, ਚੱਲ ਨਹੀਂ ਸਕਦੇ, ਦੌੜ ਜਾਂਦੇ ਹਨ। ਜਿਹੜਾ ਸਹੀ ਆਤਮਾ 'ਚ ਚੱਲੇਗਾ, ਪ੍ਰਭੂ ਦੇ ਨਾਲ ਚੱਲੇਗਾ, ਕਰੂਸ ਦੀ ਕਥਾ ਨੂੰ ਚੇਤੇ ਰੱਖੇਗਾ ਅਤੇ ਯਿਸੂ ਮਸੀਹ ਦੇ ਪਿੱਛੇ ਹੋ ਤੁਰੇਗਾ, ਸਲੀਬ ਚੁੱਕੇਗਾ, ਉਹਦੇ 'ਤੇ ਪ੍ਰੋਬਲਮ ਆ ਵੀ ਜਾਵੇ ਉਹ ਨਿਕਲੇਗਾ ਉੱਚੋਂ ਦੀ। ਉਹਨੂੰ ਪਤਾ ਮੇਰਾ ਮਸਲਾ ਸੋਲਵ ਕਰ ਦੇਣਾ ਖੁਦਾ ਨੇ। ਇਹ ਜਿਹੜੀ ਸਿਸਟਮ ਆ ਇਹਦੇ ਵਿੱਚ ਹੀ ਸਾਰੀ ਕਹਾਣੀ ਆ। ਇੱਕ ਔਰਤ ਦੇ ਬਾਰੇ ਮੈਂ ਪੜ੍ਹਿਆ, ਉਹ ਮਰਨ ਲੱਗੀ, ਬਿਲਕੁਲ ਲਾਸਟ ਸਟੇਜ 'ਚ ਚਲੀ ਗਈ। ਪਰਮੇਸ਼ਵਰ ਦੇ ਦਾਸ ਨੂੰ ਮੈਸੇਜ ਗਿਆ ਕਿ ਪੁੱਛ ਕੇ ਦੱਸੋ ਤਾਂ ਇਹ ਬਾਜੇਗੀ। ਪ੍ਰਭੂ ਦੇ ਦਾਸ ਨੇ ਪ੍ਰਾਰਥਨਾ ਕਰਕੇ ਡੀਸ ਦਿਨਾਕਰ ਨੇ ਖੁਦਾ ਨੂੰ ਪੁੱਛਿਆ ਕਿ ਇਹ ਬਚ ਜਾਏਗੀ। ਖੁਦਾ ਨੇ ਕਿਹਾ ਕਿ ਇਸ ਔਰਤ ਨੇ ਬਹੁਤ ਜ਼ਿਆਦਾ ਗੁਨਾਹ ਕੀਤੇ, ਇਹਨੇ ਗੁਨਾਹ ਕੀਤੇ, ਇਹ ਜਲਦੀ ਹੀ ਆ ਰਹੀ ਆ ਉੱਪਰ। ਉਹਨਾਂ ਨੇ ਖੁਦਾ ਨੂੰ ਪੁੱਛਿਆ ਅਤੇ ਉਹਨਾਂ ਨੇ ਫਿਰ ਮੈਸੇਜ ਦਿੱਤਾ ਕਿ ਤੁਹਾਡੀ ਜਿਹੜੀ ਵਾਈਫ ਆ, ਜਿਹੜਾ ਦਾ ਕਿਸੇ ਦਾ ਮਾਲਕ ਦਾ ਨੌਕਰ ਅਸੀਂ ਪੁੱਛਣ ਵਾਸਤੇ, ਫੈਕਟਰੀ ਦਾ ਕੋਈ ਮਾਲਕ ਸੀ, ਉਹਨਾਂ ਨੇ ਆਪਣੇ ਨੌਕਰ ਨੂੰ ਭੇਜ ਕੇ ਕਿਹਾ ਕਿ ਉਹਨਾਂ ਨੂੰ ਕਹੋ ਕਿ ਮੇਰੇ ਸਾਡੇ ਲਈ ਦੁਆ ਕਰਨ। ਉਹਨੇ ਕਹਿਣਾ ਬਚਣਾ ਨਹੀਂ। ਜਦੋਂ ਵਾਪਸ ਆ ਕੇ ਆਪਣੇ ਮਾਲਕ ਨੂੰ ਦੱਸ ਰਿਹਾ ਸੀ ਉਹਦਾ ਨੌਕਰ ਕਿ ਡੀਸ ਦਿਨਾਕਰ ਨੇ ਗੱਲ ਕਹੀ ਹੈ ਕਿ ਇਹਨੇ ਬਚਣਾ ਨਹੀਂ ਹੈ, ਇਹਦੇ ਗੁਨਾਹ ਬਹੁਤ ਹੈ, ਇਹ ਚਿੜਚਿੜੇਪਨ ਦੀ ਔਰਤ ਆ ਔਰ ਹਰ ਇੱਕ ਨਾਲ ਤਲਖੀ ਚਰਨ ਦੀ ਹਰ ਵਕਤ, ਘਮੰਡੀ ਬਹੁਤ ਹੈ। ਇਹ ਗੱਲ ਜਿਹਨੇ ਦੱਸ ਰਿਹਾ ਸੀ, ਖਿੜਕੀ ਥਾਣੀ ਉਸ ਲੇਡੀ ਨੇ ਆਵਾਜ਼ ਸੁਣ ਲਈ। ਉਸ ਔਰਤ ਉਹਨੇ ਸੁਣੀ ਆਵਾਜ਼ ਕਿ ਮੇਰੇ ਬਾਰੇ ਪ੍ਰਭੂ ਦੇ ਦਾਸ ਨੇ ਗੱਲ ਕਹੀ, ਮੈਂ ਸ਼ਿਰਕੀ ਜਾ ਰਹੀ ਹਾਂ, ਇੱਥੋਂ ਚੱਲ ਜਾਣਾ ਹੁਣ ਮੈਂ। ਉਹਦੀਆਂ ਅੱਖਾਂ ਤੋਂ ਅਥਰੂ ਡਿੱਗੇ। ਉਹਨੂੰ ਇਹ ਪਤਾ ਲੱਗਾ ਕਿ ਮੇਰੇ ਪਾਪ ਦੀ ਵਜ੍ਹਾ ਨਾਲ ਹੈ, ਮੈਂ ਚਿੜਚਿੜਾਪਨ ਦੀ ਔਰਤ ਹਾਂ, ਮੈਂ ਚਿੜਚਿੜਾਪਨ ਆ, ਮੇਰਾ ਸੁਭਾਅ ਅੱਛਾ ਨਹੀਂ। ਉਹਨੇ ਬਿਸਤਰੇ 'ਤੇ ਲੰਮੇ ਪੜੋਤਾ ਹੁੰਦੇ ਪਛਾਤਾਪ ਕਰਨਾ ਸ਼ੁਰੂ ਕੀਤਾ। ਜਿਲੇ ਪਛਾਤਾਪ ਕਰਦੀ ਪਈ ਸੀ ਅਤੇ ਪਵਿੱਤਰ ਆਤਮਾ ਉਹਦੇ 'ਤੇ ਉਤਰਿਆ ਔਰ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਉਹਨੂੰ ਨਰੋਇਆ ਕੀਤਾ। ਜਿਲੇ ਚੰਗੀ ਹੋ ਗਈ ਅਤੇ ਉਹਨੂੰ ਮੈਸੇਜ ਗਿਆ। ਦਿਨਾਕਰ ਨੇ ਕਿਹਾ ਮੈਂ ਤਾਂ ਖੁਦਾ ਨੇ ਕਿਹਾ ਉਹਨੇ ਬਚਣਾ ਨਹੀਂ ਹੈ, ਪਰ ਜਿਲੇ ਉਹਨੂੰ ਮਿਲਣ ਵਾਸਤੇ ਉਹਨੇ ਕਿਹਾ ਕਿ ਜਿਲੇ ਇਹ ਗੱਲ ਉਸ ਔਰਤ ਨੇ ਕਿਹਾ ਮੈਂ ਖਿੜਕੀ ਥਾਣੀ ਸੁਣੀ, ਮੈਂ ਆਪਣੇ ਪਾਪਾਂ ਤੋਂ ਪ੍ਰਾਚਿਤ ਕੀਤਾ। ਜਿਲੇ ਮੈਂ ਆਪਣੇ ਹਰ ਪਾਪ ਨੂੰ ਮੰਨਦੀ ਪਈ ਸੀ ਅਤੇ
ਮੇਰੇ ਵਿੱਚ ਇੱਕ ਨਹੀਂ ਅਲੌਕਿਕ ਸ਼ਕਤੀ ਆ ਗਈ ਜਿਹਨੇ ਮੈਨੂੰ ਬਲ ਦੇ ਨਾਲ ਉਠਾ ਕੇ ਖੜਾ ਕਰ ਦਿੱਤਾ। ਮੇਰੇ ਭੈਣ ਭਰਾਓ, ਦੇਖੇ ਪਛਤਾਪ ਕਰਨਾ ਪ੍ਰਭੂ ਦਾ ਇਰਾਦਾ ਵੀ ਉਹਨੇ ਕੀ ਕਰ ਲਿਆ, ਚੇਂਜ ਕਰਤਾ। ਪਛਤਾਪ ਇੱਕ ਉਹ ਤਾਕਤ, ਇੱਕ ਉਹ ਸ਼ਕਤੀ ਆ ਜਿਹਦੇ ਨਾਲ ਪਰਮੇਸ਼ਰ ਦੇ ਇਰਾਦੇ ਕੀ ਹੋ ਜਾਂਦੇ ਆ, ਚੇਂਜ ਹੋ ਜਾਂਦੇ। ਬਹੁਤ ਲੋਕਾਂ ਨੇ ਹਾਲੇ ਤੱਕ ਇੱਦਾਂ ਦਾ ਜੀਵਨ ਨਹੀਂ ਜੀਆ, ਉਹ ਬਸ ਦੁਆ ਹੀ ਕਰਾਈ ਜਾਂਦੇ ਆ, ਦੁਆ ਦੁਆ ਦੁਆ। ਨੁਕਸ ਲੱਭ ਕਿੱਥੇ ਆ? ਮੈਂ ਹੁਣ ਤੁਹਾਨੂੰ ਕਿੰਨੀਆਂ ਇੱਦਾਂ ਦੀਆਂ ਗੱਲਾਂ ਬੋਲਣੀਆਂ, ਧਿਆਨ ਨਾਲ ਸੁਣਨਾ। ਇਹ ਬਾਈਬਲ ਦੀ ਗੱਲ ਆ ਕਿ ਸਾਡੇ ਅੰਦਰ ਜਿਹੜੀਆਂ ਇਹ ਗੱਲਾਂ ਹੈਗੀਆਂ, ਪਹਿਲਾ ਫਲ ਪ੍ਰੇਮ। ਪ੍ਰੇਮ ਜਿਹੜਾ ਇਹਦੇ ਅੰਦਰ ਪ੍ਰੇਮ ਹੈਗਾ ਉਹ ਜਲਦੀ ਢਲ ਜਾਂਦਾ ਆ, ਮਾफ़ ਕਰ ਦੇਗਾ, ਜਲਦੀ ਰੱਖੇਗਾ ਗੁੱਸਾ, ਲੰਬਾ ਸਮਾਂ ਨਹੀਂ। ਜਿਹੜੇ ਅੰਦਰ ਯਿਸੂ ਦਾ ਪ੍ਰੇਮ ਆ ਲੰਬਾ ਸਮਾਂ ਗੁੱਸੇ 'ਚ ਨਹੀਂ ਰਹਿ ਸਕਦਾ, ਜਲਦੀ ਢਲ ਜਾਏਗਾ, ਜਲਦੀ ਆਪਣੇ ਫੈਸਲੇ ਦੇ ਵਿੱਚ ਆ ਜਾਏਗਾ ਕਿ ਨਹੀਂ ਯਾਰ। ਮੈਂ ਤੁਹਾਨੂੰ ਪਿਛਲੇ ਐਕਟ ਤੋਂ ਕਹੀ ਸੀ, ਇੱਕ ਗੁੱਸਾ ਹੈ ਕਿ ਤਾੜਨਾ ਤਕੀਦ ਆ ਗੁੱਸੇ 'ਚ, ਉਹ ਹੈ ਸੁਧਾਰ ਵਾਸਤੇ, ਉਹ ਅਲੱਗ ਚੀਜ਼ ਆ। ਇੱਕ ਗੁੱਸਾ ਹੈ ਵੈਸੇ ਰੱਖਣਾ, ਪਾਪ ਦੇ ਵਸੀਲੇ, ਇਹਨੂੰ ਬੁਲਾਣਾ ਹੀ ਨਹੀਂ। ਇੱਕ ਆ ਪਾਪ ਨੇ ਕਿ ਤਾੜਨਾ ਤਕੀਦ ਨਾਲ ਕਿਸੇ ਦੀ ਰਿਹਾਈ ਦਿਵਾਉਣ ਵਾਸਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਗਲਤੀਆਂ ਦਾ ਖਤ, ਇਹਨੂੰ ਵੀ ਚੇਤੇ ਰੱਖਣਾ ਅਤੇ ਮਤੀ ਇੰਜੀਲ ਵੀ ਚੇਤੇ ਰੱਖਣਾ। ਮੇਰੇ 'ਤੇ ਤਾਂ ਕੁਛ ਆਏਗਾ, ਮੇਰੀ ਫੈਮਿਲੀ ਉੱਤੇ ਤਾਂ ਮਸਾ ਉਤਰੇਗਾ, ਤਾਂ ਮੇਰਾ ਛੁਟਕਾਰਾ ਹੋਏਗਾ ਜਿਲੇ ਮੈਂ ਸਹੀ ਲੋਕਾਂ ਦੀਆਂ ਗੱਲਾਂ ਲਈ ਦੁਆ ਕਰੂੰ, ਪ੍ਰਭੂ ਨੂੰ ਮੈਂ क्षमा ਕਰ। ਯਿਸੂ ਨੇ ਵੀ ਕਿਹਾ, ਐ ਬਾਪ ਇਹਨਾਂ ਨੂੰ क्षमा ਕਰ। ਅਤੇ ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਨੂੰ ਉਹ ਨਾਮ ਦਿੱਤਾ ਜਿਹੜਾ ਸਾਰੇ ਨਾਮਾਂ ਤੋਂ ਕੀ ਆ, ਉੱਤਮ। ਅਤੇ ਸਾਡਾ ਨਾਮ ਉੱਤਮ ਕਿਉਂ ਨਹੀਂ ਹੋ ਰਿਹਾ, ਉਹਦਾ ਕਾਰਨ ਕੀ? ਮੈਂ ਤਾਂ ਚਾਹੁੰਦਾ ਪਰਮੇਸ਼ਰ ਆਪਣੇ ਵਚਨ ਦਾ ਪੱਕਾ ਆ, ਪਰ ਸਾਨੂੰ ਜਿਸ ਕਬਜ਼ੇ ਵਿੱਚ ਆ ਉਹ ਤੋਂ ਰਿਹਾਈ ਪਾਉਣ ਦੀ ਸਾਨੂੰ ਜ਼ਰੂਰਤ ਆ। ਰਿਹਾਈ ਕੀ ਆ? ਇਹ ਜਿਹੜਾ ਸੁਭਾਅ ਆ ਇਹ ਸਾਡਾ ਅੱਛਾ ਨਹੀਂ। ਅਸੀਂ ਮਿੰਟ ਮੰਨ ਲਓ ਆ ਵੀ ਗਿਆ ਗੁੱਸਾ, ਮੈਂ ਵੀ ਨਹੀਂ ਕਰਨਾ, ਆ ਵੀ ਗਿਆ, ਇਹਦਾ ਮਤਲਬ ਇਹ ਥੋੜ੍ਹੀ ਅਸੀਂ ਉਹਨੂੰ ਗੁੱਸੇ ਨੂੰ ਅੰਦਰ ਹੀ ਰੱਖਣਾ ਅਤੇ ਉਹਨੂੰ ਹੋਰ ਉਭਾਰੀ ਜਾਣਾ, ਹੋਰ ਉਹ ਜੜ ਫੜਦਾ ਜਾਵੇ। ਬਾਈਬਲ ਕਹਿੰਦੀ ਫਿਰ ਮੌਤ ਨੂੰ ਪੈਦਾ ਕਰੇਗਾ, ਇਹਦੇ ਲਿਖਿਆ। ਇਹੀ ਗੱਲ ਕਾਇਨ ਅਤੇ ਹਾਬਲ ਦੀ ਜੇ ਲੜਾਈ ਆਪਸ 'ਚ ਹੋਈ ਆ, ਹਾਂ ਲੜਾਈ ਵੀ ਨਹੀਂ ਹੋਈ, ਸਿਰਫ ਇੱਕ ਦੀ ਭੇਟ ਕਬੂਲ ਕਰ ਲਈ, ਨਰਮ ਵਾਲੇ ਦੀ। ਉਹਨੇ ਬੜੀ ਨਰਮਤਾ ਸਹਿਚਾਰ ਦੇ ਵਿੱਚ ਲਿਖਿਆ ਭੇਟ ਚੜਾਈ ਹਾਬਲ ਨੇ, ਅਤੇ ਕਾਇਨ ਵੀ ਲੈ ਕੇ ਆਇਆ। ਕਾਇਨ ਦੀ ਭੇਟ ਨੂੰ ਪਰਮੇਸ਼ਰ ਨੇ ਕਬੂਲ ਨਹੀਂ ਕੀਤਾ ਅਤੇ ਹਾਬਲ ਦੀ ਭੇਟ ਨੂੰ ਕਬੂਲ ਕਰ ਲਿਆ। ਇਸ ਗੱਲ ਨਾਲ ਕਾਇਨ ਨੂੰ ਗੁੱਸਾ ਆ ਗਿਆ। ਖੁਦਾ ਦੀ ਆਵਾਜ਼ ਆਈ, ਤੂੰ ਆਪਣੇ ਆਪ ਨੂੰ ਹੰਬਲ ਕਰ, ਗੁੱਸੇ ਨੂੰ ਛੱਡ। ਉਹ ਮੰਨਿਆ ਹੀ ਨਹੀਂ। ਆਵਾਜ਼ ਸੁਣੀ ਆ ਖੁਦਾ ਦੀ, ਪਰ ਮੰਨਿਆ ਨਹੀਂ। ਅੱਜ ਵੀ ਲੋਕ ਵਚਨ ਸੁਣਦੇ ਆ ਪਰ ਮੰਨਦੇ ਨਹੀਂ। ਤੂੰ ਵੀ ਇੱਦਾਂ ਹੀ ਸਾਰੀ ਜ਼ਿੰਦਗੀ ਤੁਰਿਆ ਫਿਰਦਾ ਰਹੂੰਗਾ ਜਿਵੇਂ ਕਾਇਨ ਫਿਰਦਾ ਰਿਹਾ। ਬਾਈਬਲ ਦਾ ਹੀ ਕਹਿੰਦੀ, ਅੱਜ ਕਿੰਨੇ ਲੋਕ ਆ ਖੁਦਾ ਦੀ ਆਵਾਜ਼ ਸੁਣੀ ਕਿ ਇਹੋ ਜਿਹਾ ਜੀਵਨ ਜੀਣਾ ਹੈ, ਪਰ ਨਹੀਂ ਮੰਨਿਆ। ਫਿਰ ਉਹ ਦੌੜਦੇ ਭੱਜਦੇ, ਉਹ ਸੋਚਦੇ ਆ ਕਿ ਸ਼ਾਇਦ ਕਿਤੇ ਉਹ ਮੇਰਾ ਸਿਸਟਮ ਸੋਲਵ ਨਹੀਂ ਹੋਣਾ। ਸਿਸਟਮ ਤੇਰਾ ਉਦੋਂ ਸੋਲਵ ਹੋਣਾ ਜਿਸ ਵੇਲੇ ਤੂੰ ਸਹੀ ਬਾਈਬਲ ਨੂੰ ਆਪਣੇ ਅੰਦਰ ਲੈ ਲਿਆ। ਤਦੀ ਬਾਈਬਲ ਕਹਿੰਦੀ ਨਾ, ਦੀਨ ਲੋਕਾਂ ਦੇ ਉੱਤੇ ਪਰਮੇਸ਼ਵਰ ਦੀ ਦ੍ਰਿਸ਼ਟੀ ਰਹਿੰਦੀ, ਦੀਨ ਤੇ ਨਮਰ ਲੋਕਾਂ ਉੱਤੇ। ਇਹੀ ਜੀ ਸ਼ਾਇਰ ਲਿਖਿਆ ਕਿ परमेश्वर दीन के ऊपर अपनी निगाहें लगा रखता है। प्रभु ਨੂੰ ਇਹੋ ਜਿਹੇ ਵਿਸ਼ਵਾਸੀ ਚਾਹੀਦੇ ਆ। ਇੱਕ ਜ਼ੁਬਾਨ ਦੇ ਬੜੇ ਹੰਬਲ ਹੁੰਦੇ ਆ, ਜ਼ੁਬਾਨ ਤੋਂ ਬੜਾ ਪਿਆਰ ਦਿਖਾਉਂਦੇ, ਤਾਂ ਉਹਨਾਂ ਦਾ ਪਿਆਰ ਲੰਬਾ ਟਾਈਮ ਨਹੀਂ ਹੁੰਦਾ। ਜਿਹੜੇ ਜ਼ੁਬਾਨ ਦੇ ਮਿੱਠੇ ਆ ਉਹ ਕਾਇਲ ਕਰ ਲੈਣਗੇ, ਸਾਲ 6 ਮਹੀਨੇ ਬਾਅਦ ਉਹਦੇ ਰਿਜ਼ਲਟ ਅੱਛੇ ਨਹੀਂ ਹੋਣਗੇ। ਉਹ ਸਿਰਫ ਜ਼ੁਬਾਨ ਦੇ ਆ, ਉਹਨਾਂ ਦਾ ਪਿਆਰ ਗੱਲੀ ਜ਼ਬਾਨੀ ਆ। ਇੰਨਾ ਮਿਠਾਸ ਨਾ ਕਰਨਗੇ, ਇੰਨੀ ਹਲਕੀਆਂ ਗੱਲਾਂ ਕਰਨਗੇ, ਇੱਦਾਂ ਦੀਆਂ ਗੱਲਾਂ ਕਰਨਗੇ ਲੋਕਾਂ ਨੂੰ ਇਮੋਸ਼ਨ। ਇਹ ਤੇਰਾ ਪਿਆਰ ਲੰਬਾ ਟਾਈਮ ਨਹੀਂ ਚੱਲੇਗਾ। ਪਰ ਜਿਹੜਾ ਸੱਚਾ ਪਿਆਰ ਆ ਉਹਦੇ 'ਚ ਕੜਕ ਆਵਾਜ਼ ਵੀ ਹੋ ਸਕਦੀ ਆ। ਸੱਚੇ ਪਿਆਰ 'ਚ ਉਹ ਬੋਲੇਗਾ ਖਰਾ ਖਰਾ, ਨਾ ਇੱਦਾਂ ਨਹੀਂ, ਇੱਦਾਂ ਚੱਲਣਾ ਹੈ। ਉਹ ਖਰੀ ਗੱਲ ਕਰੇਗਾ। ਹਿਸਾਬ ਲਾ ਲਓ ਇਹਦੇ ਮਨ 'ਚ ਕਪਟ ਨਹੀਂ, ਖਰਾ ਚੱਲਣਾ, ਇਹ ਖਰਾ। ਉਹਦੀ ਪਹਿਚਾਣ ਆ ਕਿ ਇਹਨੇ ਖਰਾ ਕਿਹਾ ਅਤੇ ਬੰਦੇ 'ਚ ਕਪਟ ਨਹੀਂ। ਇਸ ਕਰਕੇ ਮੇਰੇ ਭੈਣ ਭਰਾਓ, ਮੈਂ ਤੁਹਾਨੂੰ ਅੱਜ ਬਾਈਬਲ ਦੀ ਉਹਨਾਂ ਲਾਈਨਾਂ ਵੱਲ ਲੈ ਕੇ ਜਾ ਰਿਹਾ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਉੱਨਤ ਕਰ ਸਕਦੀਆਂ। ਜਿਹੜੀਆਂ ਅਸੀਂ ਪਿਛਲੇ ਹੱਥ ਪੜ੍ਹੀਆਂ ਸੀ ਕਿ ਖੁਦਾ ਜਿਹੜਾ ਨਮਰ ਲੋਕਾਂ ਦਾ ਪਰਮੇਸ਼ਰ ਆ, ਗਰਮ ਲੋਕਾਂ ਦਾ ਨਹੀਂ। ਅਤੇ ਜਿਹੜੇ ਨਮਰ ਲੋਕ ਆ ਉਹਨਾਂ ਨੂੰ ਮਿਲ ਜਾਂਦਾ ਬਾਈਬਲ ਦਾ ਖੁਦਾ। ਨਮਰ ਲੋਕਾਂ ਨੂੰ ਭਾਲੋਗੇ ਮਿਲ ਜਾਏਗਾ, ਆਏਗਾ ਤੇਰੇ ਕੋਲ ਚੱਲ ਕੇ। ਦੀਨ ਆਦਮੀ ਦੇ ਕੋਲ ਬਾਈਬਲ 'ਚ ਮੈਂ ਤੁਹਾਨੂੰ ਦਿਖਾਊਂਗਾ ਫੋਟੋਆਂ ਕਿੰਨੀਆਂ ਦਿਖਾ ਸਕਦਾ ਜਿਹਨਾਂ ਕੋਲ ਯਿਸੂ ਮਸੀਹ ਜੀ ਖੁਦ ਚੱਲ ਕੇ ਆਏ। ਜਿਹੜੇ ਹਿਜ਼ਕੀਆ ਰਾਜਾ ਨੇ ਬਿਮਾਰੀ 'ਚ ਦੁਆ ਕੀਤੀ, ਜਿਹੜੇ ਬਾਈਬਲ ਪੜ੍ਹਦੇ ਹਨ, ਉਹਨੇ ਬੜੀ ਨਰਮਤਾ ਸਹਿਤ ਪ੍ਰੇਅਰ ਕੀਤੀ।
ਉਹਨੇ ਬਹੁਤ ਟੁੱਟ ਕੇ ਪ੍ਰਾਰਥਨਾ ਕੀਤੀ ਹੈ ਨਾ, ਬਹੁਤ ਰੋਇਆ, ਨਮਰ ਹੋ ਗਿਆ। ਪਰਮੇਸ਼ਰ ਨੇ ਆਪਣੇ ਦਾਸ ਨੂੰ ਭੇਜ ਕੇ ਕਿਹਾ, ਜਾ ਕੇ ਕਹਿ ਦੇ ਕਿ ਤੇਰੀ ਉਮਰ 15 ਸਾਲ ਕੀ ਹੈ, ਵੱਧ ਗਈ। ਹਾਜਰਾ ਵੀ ਨਮਰ ਹੋ ਕੇ ਘੁੱਟਨੇ ਟੇਕ ਕੇ ਆਪਣੇ ਜੰਗਲ ਦੇ ਵਿੱਚ ਹੀ ਚਲਾ ਰਹੀ ਸੀ। ਖੁਦਾ ਨੇ ਕਿਹਾ, ਮੈਂ ਤੇਰੇ ਬੱਚੇ ਦੀ ਆਵਾਜ਼ ਵੀ ਸੁਣੀ, ਤੇਰੀ ਵੀ ਸੁਣੀ। ਅਯੂਬ ਗਰਮ ਸੁਭਾਅ ਦਾ ਨਹੀਂ ਸੀ। ਬਾਈਬਲ ਕਹਿੰਦੀ ਅਯੂਬ ਨੂੰ ਬਹੁਤ ਕੁਛ ਕਿਹਾ ਗਿਆ। ਅਯੂਬ ਨੂੰ ਉਹਦੇ ਮਿੱਤਰਾਂ ਨੇ ਵੀ ਕਿਹਾ, ਉਹਦੀ ਵਾਈਫ ਨੇ ਕਿਹਾ ਫਟਕਾਰ ਤੇ ਮਰ ਜਾ। ਕਹਿੰਦਾ ਨਹੀਂ, ਮੇਰਾ ਖੁਦਾ ਮੁਬਾਰਕ ਹੋਵੇ। ਬਾਈਬਲ ਚੋਂ ਖੁਦਾ ਨੇ ਦੇਖਿਆ ਕਿ ਅੱਜ ਵੀ ਮੈਨੂੰ ਮੁਬਾਰਕ ਕਹਿੰਦਾ, ਮੈਂ ਕਿਸ ਹਾਲਾਤ 'ਚ ਵੀ ਹਾਂ। ਉਹ ਵਿਸ਼ਵਾਸੀਆਂ ਵਿੱਚੋਂ ਨਹੀਂ ਜਿਹੜੇ ਕਹਿੰਦੇ ਯਾਰ ਮੇਰੇ ਲਈ ਖੁਦਾ ਨੇ ਕੁਛ ਨਹੀਂ ਕੀਤਾ। ਅਯੂਬ ਕਹਿੰਦਾ ਮੇਰਾ ਖੁਦਾ ਮੁਬਾਰਕ ਹੋਵੇ, ਇਸ ਹਾਲਾਤ 'ਚ ਮੈਂ ਆਪਣੇ ਪ੍ਰਭੂ ਦੀ ਤਾਰੀਫ ਕਰੂੰਗਾ, ਉਹਦੇ ਲਈ ਮੈਂ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਚੜਾਊਂਗਾ। ਅਸਮਾਨ ਤੋਂ ਖੁਦਾ ਨੇ ਦੇਖਿਆ, ਜਿਹੜੇ ਯੂ ਨੂੰ ਪੜ੍ਹਦੇ ਲਿਖਿਆ, ਪਰਮੇਸ਼ਰ ਉਹਦੀ ਇਮਾਨਦਾਰੀ ਦੇਖੀ, ਵਫਾਦਾਰੀ ਦੇਖੀ। ਸ਼ੈਤਾਨ ਨੂੰ ਕਿਹਾ ਗੈਟ ਆਊਟ, ਦੇਖ ਅੱਜ ਤੱਕ ਇੱਕ ਵਾਰੀ ਵੀ ਨਹੀਂ ਇਨਕਾਰ ਨਹੀਂ ਕੀਤਾ। ਬਾਈਬਲ ਕਹਿੰਦੀ ਉਹਦੇ ਨਸੀਬਾਂ ਨੂੰ ਖੁਦਾ ਨੇ ਕੀ ਕਰ ਦਿੱਤਾ, ਬਹਾਲ ਕਰ ਦਿੱਤਾ। ਵੇਟ ਕਰੀਏ, ਕਿੰਨੀ ਵੀ ਪ੍ਰੋਬਲਮ ਆ, ਦਿਨ ਚੰਗੇ ਆ ਜਾਣਗੇ। ਬਹਾਲ ਕਰੇਗਾ ਤੇਰੇ ਨਸੀਬ ਨੂੰ। ਸ਼ੈਤਾਨ ਆਏਗਾ, ਇੰਨੇ ਸਾਲ ਹੋ ਗਏ, ਹੋਰ ਕਿੰਨਾ ਟਾਈਮ ਲੱਗੇਗਾ, ਹੋਰ ਕਿੰਨਾ ਚਿਰ ਵੇਟ ਕਰਨੀ ਪੈਗੀ, ਲੇਕਿਨ ਖੁਦਾ ਕਰੇਗਾ। ਬਾਈਬਲ ਕਹਿੰਦੀ 38 ਸਾਲ ਦੇ ਰੋਗੀ ਨੂੰ 38 ਸਾਲ ਦੇ ਬਾਅਦ ਹੀ ਕਿਉਂ ਬਲੈਸਿੰਗ, ਪਹਿਲਾਂ ਤਾਂ ਖੁਦਾ ਸਕਦਾ ਸੀ। ਖੁਦਾ ਨੇ ਉਹਨੂੰ ਦੇਖਿਆ ਕਿ ਇਹਦੇ ਅੰਦਰ ਉਹ ਗੱਲ ਹੈਗੀ ਹੈ, ਆਪ ਚੱਲ ਕੇ ਆਏ, ਆਉਣਾ ਪਿਆ। ਮੈਂ ਬਹੁਤ ਸਾਰੀਆਂ ਤੁਹਾਨੂੰ ਟੈਸਟਮਨੀਆਂ ਦੱਸ ਸਕਦਾ ਹਾਂ ਇੱਦਾਂ ਦੀਆਂ, ਬਾਈਬਲ 'ਚੋਂ ਵੀ ਅਤੇ ਬਾਹਰਲੀਆਂ ਵੀ ਗਵਾਹੀਆਂ ਦੱਸਿਆ ਜਿਨ੍ਹਾਂ ਨੇ ਇੰਤਜ਼ਾਰ ਕੀਤਾ ਅਤੇ ਆਸ਼ੀਸ਼ ਪਾਈ। ਪਰਮੇਸ਼ਰ ਦੇ ਮਹਾਨ ਸੰਤ ਇੱਕ ਬੰਗਲੌਰ ਦੇ ਪੌਲ ਤੰਗਈਆ, ਉਹਨਾਂ ਦਾ ਵੀ ਕੋਈ ਸੰਡੇ ਦਾ ਚਰਚ 20-22 ਹਜ਼ਾਰ ਦਾ ਹੋਣਾ ਮੇਰੇ ਹਿਸਾਬ ਨਾਲ। ਇੰਨੇ ਤੜੇ ਬਾਈਬਲ ਦੇ ਟੀਚਰ ਆ ਕਿ ਗੱਲ ਹੀ ਛੱਡ ਦਿਓ। ਉਹਨਾਂ ਨੇ ਇੱਕ ਵਾਰੀ ਮੈਨੂੰ ਦਾ ਪ੍ਰੀਚਿੰਗ ਸੁਣੀ, ਇੱਥੇ ਆਏ ਸੀ, ਉਹਨੇ ਪਾਸਟਰਾਂ ਦਾ ਸੈਮੀਨਾਰ ਸੀ, ਉਹ 'ਚ ਪਾਸਟਰਾਂ ਨੂੰ ਸਿਖਾਉਂਦੀ ਸੀ। ਕਹਿੰਦਾ ਹਿੰਦੂ ਪਰਿਵਾਰ 'ਚੋਂ ਕਹਿੰਦਾ ਮੈਂ ਆਇਆ ਅਤੇ ਮੈਂ ਬੜੀ ਗਰੀਬੀ ਦੇਖੀ, ਬਹੁਤ ਗਰੀਬੀ। ਇੱਥੇ ਕਿ ਜਿਹੜੀ ਸੜਕ ਦੇ ਫੁੱਟਰੈਸਟ ਬਣੇ ਹੁੰਦੇ ਆ, ਉਹਦੇ 'ਤੇ ਰਾਤ ਮੈਂ 100 ਕੇ ਦਰ ਰੱਖ ਕੇ ਆਪਣੇ ਦਿਨ ਕੱਟੇ ਆ। ਜਦ ਉਹ ਆਪਣੀ ਗੱਲ ਤੇ ਕਹਿੰਦੀ ਮੇਰੇ ਕੋਲ ਜੇ ਕੋਈ 5 ਪੈਸੇ ਹੋਣੇ, ਕਰੀ ਗੋਲ ਗੱਪੇ ਖਾ ਕੇ ਵੀ ਉਹਲੇ 1 ਪੈਸੇ ਦਾ ਗੋਲ ਗੱਪਾ ਮਿਲ ਜਾਂਦਾ ਸੀ। 5 ਪੈਸੇ ਦੇ 5 ਗੋਲ ਗੱਪੇ ਖਾ ਕੇ ਰਾਤ ਕੱਟੀ ਸੀ। ਉਹ ਆਪਣੀ ਗਵਾਹੀ ਦੱਸਦੇ ਸੀ ਕਿ ਮੈਂ ਮੈਂ ਆਪਣੇ ਖੁਦਾ ਦੀ ਖੋਜ 'ਚ ਲੱਗਾ ਰਿਹਾ। ਮੈਨੂੰ ਕਈਆਂ ਨੇ ਕਿਹਾ ਤੈਨੂੰ ਬੁਲਾਹਟ ਨਹੀਂ ਆ, ਤੇਰੀ ਬੁਲਾਹਟ ਨਹੀਂ ਆ, ਪਰ ਉਹ ਕਹਿੰਦਾ ਮੈਂ ਪੜ੍ਹਿਆ ਸੀ ਕਿ ਤੂੰ ਉਹਦੀ ਬੁਲਾਹਟ 'ਚ ਲੱਗਾ ਰਹੀ। ਪਰਮੇਸ਼ਰ ਦਾ ਧੰਨਵਾਦ ਆ। ਐਕਚੁਅਲੀ ਬੁਲਾਹਟ ਹੀ ਸੀ ਅਤੇ ਉਹਨੂੰ ਖੁਦਾ ਛੱਡ ਨਹੀਂ ਰਿਹਾ ਸੀ, ਅੰਦਰੋਂ ਪ੍ਰੇਰਨਾ ਹੁੰਦੀ ਸੀ ਉਹਨੂੰ, ਅਤੇ ਲੋਕਾਂ ਨੇ ਕਿਹਾ ਉਹਨੂੰ, ਉਹ ਲੱਗਾ ਰਿਹਾ। ਮੇਰੇ ਅਜ਼ੀਜ਼ ਭੈਣ ਭਰਾਓ, ਇੰਨੀ ਗੋਲ ਗੱਪੇ ਖਾ ਕੇ ਫੁੱਟਰੈਸਟ 'ਤੇ ਸੌਣ ਵਾਲਾ ਵਿਅਕਤੀ ਅੱਜ ਪ੍ਰਭੂ ਦਾ ਧੰਨਵਾਦ ਆ, ਕੋਈ ਦੇਸ਼ 'ਚ ਐਸਾ ਬੱਚਾ ਕੋਈ ਬਾਈਬਲ ਦੀ ਟੀਚਿੰਗ ਨਾ ਦੇਣ ਗਿਆ ਹੋਊਗਾ। ਬਹੁਤ ਅੱਛੇ ਟੀਚਰ ਬਾਈਬਲ ਦੇ, ਉਹਨਾਂ ਦਾ ਵੀ ਚਰਚ 20,000 ਤੋਂ ਉੱਪਰ 25,000 ਦੇ ਕਰੀਬ ਹੋਣਾ ਬੰਗਲੌਰ ਦੇ ਵਿੱਚ। ਮਸੀਹ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਉਹਦੀ ਹੰਬਲਨੈਸ ਦੀ ਗੱਲ ਕਰ ਰਿਹਾ ਮੈਂ, ਹੰਬਲ ਆ। ਉਹਨੇ ਦੁੱਖ ਸਹਿਆ, ਬਹੁਤ ਜ਼ਿਆਦਾ ਦੁੱਖ ਸਹਿਆ ਉਹਨੇ, ਪਰ ਪਰਮੇਸ਼ਰ ਨੇ ਉਹਨਾਂ ਦੁੱਖਾਂ ਤੋਂ ਬਾਅਦ ਨੂੰ ਉਠਾ ਕੇ ਖੜਾ ਕੀਤਾ। ਉਹਨੇ ਵੀ ਇੰਤਜ਼ਾਰ ਕੀਤਾ। ਤੁਸੀਂ ਇਹੋ ਜਿਹੇ ਇਮਾਨਦਾਰ, ਅਸੀਂ ਇੰਤਜ਼ਾਰ ਨਹੀਂ ਕਰਦੇ, ਅਸੀਂ ਦੌੜ ਕੇ ਚਾਹੁੰਦੇ ਕਿਸੇ ਔਰ ਜਗ੍ਹਾ ਜਾ ਕੇ ਛੁਟਕਾਰਾ ਪਾ ਲਈਏ। ਨਹੀਂ, ਬਾਈਬਲ 'ਚ ਲਿਖਿਆ ਹਰ ਇੱਕ ਚੀਜ਼ ਦਾ ਇੱਕ ਕੀ ਆ, ਸਮਾਂ ਪੂਰਾ ਹੋਇਆ ਅਤੇ ਸਿਸਟਮ ਸਾਲਵ ਹੋ ਜਾਏਗਾ। ਸਮੇਂ ਦੇ ਮੁਤਾਬਕ ਖੁਦਾ ਕੰਮ ਕਰੇਗਾ। ਇਸ ਕਰਕੇ ਮਸੀਹ ਵਿੱਚ ਬੇਨਤੀ ਆ ਤੁਹਾਨੂੰ ਮੇਰੀ ਕਿ ਉਤਾਵਲੀ ਨਾ ਕਰੀਏ। ਖੁਦਾ ਨੇ ਜਿਹੜਾ ਟਾਈਮ ਉਹਨੇ ਆਪਣੇ ਆਪ ਤੁਹਾਡੇ ਲਈ ਕਰ ਦੇਣਾ ਔਰ ਇੰਨਾ ਕੁ ਕਰੇਗਾ, ਤੁਹਾਨੂੰ ਪਿਛਲੀਆਂ ਗੱਲਾਂ ਵੀ ਚੇਤੇ ਭੁੱਲ ਜਾਣਗੀਆਂ। ਜਿੰਨੇ ਦੁੱਖ ਹੋਣਗੇ ਸਭ ਸੁੱਖ 'ਚ ਬਦਲ ਜਾਣਗੇ। ਆਈਏ ਬਾਈਬਲ ਦੀ ਇੱਕ ਫੋਟੋ ਦੇਖੀ ਜਿਹਦੀ ਅਸੀਂ ਗੀਤ ਗਾਉਂਦੇ ਹਾਂ, ਜਿਹਨੂੰ ਅਸੀਂ ਬਹੁਤ ਅੱਛਾ ਸਮਝਦੇ ਹਾਂ। ਇਹਦੀ ਤਸਵੀਰ ਕੀ ਹੈ? ਸੈਮੂਅਲ ਦੀ ਪੁਸਤਕ ਪਹਿਲੀ ਹੈ 18 ਚੈਪਟਰ ਪਹਿਲੀ ਹੈ, ਪਹਿਲਾ ਸੈਮੂਅਲ 18 ਅਧਿਆਇ ਦੀ ਪਹਿਲੀ ਹੈ। ਅਜਿਹਾ ਹੋਇਆ ਜਾਂ ਉਹਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਾਨ ਦਾ ਜੀ ਦਾਊਦ ਦੇ ਜੀ ਨਾਲ ਰਲ ਗਿਆ। ਸੁਣੀਏ, ਇਹ ਹੋਇਆ ਜਦ ਉਹਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਨ ਜਿਹੜਾ ਪੁੱਤਰ ਸੀ ਉਹਦਾ ਦਿਲ ਦਾਊਦ ਨਾਲ ਮਿਲ ਗਿਆ।
ਉਹਦੇ ਪੁੱਤਰ ਦਾ ਦਿਲ ਦਾਊਦ ਨਾਲ ਮਿਲਿਆ ਔਰ ਫਿਰ ਅਤੇ ਯੋਨਾਥਾਨ ਨੇ ਉਹਨੂੰ ਆਪਣਾ ਜਾਨੀ ਮਿੱਤਰ ਬਣਾਇਆ। ਇੱਕ ਵੈਸੇ ਮਿੱਤਰ ਹੁੰਦੇ ਆ ਸਿਰਫ ਖਾ ਪੀ ਲੈਣਾ, ਹੱਸ ਖੇਡ ਲੈਣਾ, ਇੰਜੋਏ ਕਰ ਲੈਣਾ। ਇੱਕ ਹੁੰਦੇ ਦੋਸਤ ਮਰਨ ਤੱਕ ਜਿਹੜੇ ਰਹਿੰਦੇ ਹਨ, ਵਫਾਦਾਰ ਹੁੰਦੇ ਨੇ। ਇਹ ਉਹ ਮਿੱਤਰ ਆ ਯੋਨਾਥਾਨ, ਜਿਹਨੇ ਆਪਣਾ ਨੂੰ ਮਿੱਤਰ ਬਣਾਇਆ। ਔਰ ਫਿਰ ਸ਼ਾਊਲ ਨੇ ਉਸ ਦਿਨ ਤੋਂ ਉਹਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਉਹਨੂੰ ਉਹਦੇ ਪਿਓ ਦੇ ਘਰ ਨਾ ਮੁੜਨ ਦਿੱਤਾ। ਹਾਂ, ਜਿਹੜਾ ਸ਼ਾਊਲ ਸੀ ਉਹਨੇ ਉਹਨੂੰ ਆਪਣੇ ਕੋਲ ਰੱਖਿਆ ਤੇ ਉਹਨੂੰ ਵਾਪਸ ਜਾਣ ਨੂੰ ਦਾਊਦ ਨੂੰ ਨਹੀਂ ਦਿੱਤਾ। ਔਰ ਫਿਰ ਅਤੇ ਯੋਨਾਥਨ ਅਰ ਦਾਊਦ ਨੇ ਆਪੋ ਵਿੱਚ ਨੇਮ ਕੀਤਾ, ਹਾਂ, ਕਿਉਂ ਜੋ ਉਹ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ। ਇਹ ਆ ਮਿੱਤਰਤਾ। ਕਿਸੇ ਨੂੰ ਪਿਆਰ ਕਰਨਾ, ਉਹਨੂੰ ਆਪਣੇ ਪ੍ਰਾਣਾਂ ਦੇ ਸਮਾਨ ਸਮਝਣਾ। ਕੁਝ ਨਹੀਂ, ਮੈਂ ਜਾਨ ਵੀ ਦੇਣ ਨੂੰ ਤਿਆਰ ਹਾਂ। ਇਹ ਯੋਨਾਥਨ ਦੀ ਮੁਹੱਬਤ ਆ, ਇਹ ਦੋਸਤੀ ਦੀ ਮੁਹੱਬਤ ਆ। ਔਰ ਕੀ ਲਿਖਿਆ? ਤਦ ਯੋਨਾਥਾਨ ਨੇ ਆਪਣਾ ਚੋਗਾ ਲਾ ਕੇ ਆਪਣੀ ਤਲਵਾਰ, ਧਨੁਖ ਅਤੇ ਪਟਕੇ ਤੀਕਰ ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ। ਦੇਖੀਏ, ਸੁਣੀਏ, ਜੋ ਕੁਛ ਉਹਦੇ ਉੱਤੇ ਸੀ ਹਕੂਮਤ ਕਰਨ ਦੇ ਲਿਬਾਸ, ਉਹ ਲਾ ਕੇ ਉਹਨੇ ਆਪਣੇ ਮਿੱਤਰ ਬਣਾ ਦਿੱਤਾ। ਆਪਣੇ ਜਾਨ ਨਾਲੋਂ ਬਿਹਤਰ ਪਿਆਰ ਉਹਨੇ ਕਹਿੰਦਾ ਤੂੰ ਰੱਖ ਲੈ ਯਾਰ। ਇਹ ਆ ਦੋਸਤੀ। ਔਰ ਫਿਰ ਜਿੱਥੇ ਕਿਤੇ ਸ਼ਾਊਲ ਉਹਨੂੰ ਘੱਲਦਾ ਸੀ, ਹਾਂ, ਉੱਥੇ ਦਾਊਦ ਜਾਂਦਾ ਸੀ। ਅਤੇ ਸ਼ਾਊਲ ਜਿੱਥੇ ਕਿਤੇ ਵੀ ਦਾਊਦ ਨੂੰ ਭੇਜਦਾ ਤੇ ਦਾਊਦ ਉੱਥੇ ਜਾਂਦਾ ਸੀ ਅਤੇ ਸਫਲ ਹੁੰਦਾ ਸੀ। ਸਫਲ ਹੁੰਦਾ ਸੀ। ਇਹਦਾ ਮਤਲਬ ਜਿਹੜਾ ਕੋਈ ਆਦਮੀ ਜਾਂਦਾ, ਉਹਨੂੰ ਭੇਜਿਆ ਜਾਂਦਾ, ਪਿੱਛੇ ਵੀ ਕੁਝ ਹੋਣਾ ਚਾਹੀਦਾ। ਔਰ ਫਿਰ ਕੀ ਹੋਇਆ? ਅਜਿਹਾ ਜੋ ਸ਼ਾਊਲ ਨੇ ਉਹਨੂੰ ਯੋਧਿਆਂ ਉੱਤੇ ਸਰਦਾਰ ਬਣਾਇਆ, ਹਾਂ, ਅਤੇ ਉਹ ਸਭਨਾਂ ਲੋਕਾਂ ਦੇ ਸਾਹਮਣੇ ਅਤੇ ਸ਼ਾਊਲ ਦੇ ਟਹਿਲੂਆਂ ਦੇ ਸਾਹਮਣੇ ਵੀ ਮੰਨਿਆ ਪਰਮੰਨਿਆ ਹੋਇਆ ਸੀ। ਅਤੇ ਅਜਿਹਾ ਹੋਇਆ ਜਾਂ ਉਹ ਆਉਂਦੇ ਸਨ ਜਿਸ ਵੇਲੇ ਦਾਊਦ ਫਲਿਸਤੀ ਨੂੰ ਮਾਰ ਕੇ ਮੁੜਿਆ, ਜਿਸਨੇ ਗੋਲੀਅਥ ਨੂੰ ਫਲਿਸਤੀ ਨੂੰ ਮਾਰ ਕੇ ਦਾਊਦ ਮੁੜਿਆ। ਜਿਹੜੇ ਬਾਈਬਲ ਪੜ੍ਹਦੇ ਹੋ ਸਮਝ ਸਕਦੇ ਹਨ, ਜਿਹੜੇ ਵਾਪਸ ਮੁੜਿਆ। ਔਰ ਫਿਰ ਤਾਂ ਇਜ਼ਰਾਈਲ ਦੇ ਸਾਰਿਆਂ ਸ਼ਹਿਰਾਂ ਤੋਂ ਤੀਵੀਆਂ ਗਾਉਂਦੀਆਂ ਨੱਚਦੀਆਂ ਆਨੰਦ ਜਿਲੇ ਨਾਲ ਪਤਾ ਲੱਗਾ ਕਿ ਜਿਹੜਾ ਇਸਰਾਇਲ ਦੇ ਡੇਰਿਆਂ ਨੂੰ ਪਰੇਸ਼ਾਨ ਕਰ ਰਿਹਾ ਸੀ ਫਲਿਸਤੀ, ਉਹ ਗੋਲੀਅਥ, ਉਹਨੂੰ ਇੱਕ ਛੋਟੇ ਦਾਊਦ ਨੇ ਕੀ ਕਰ ਦਿੱਤਾ? ਮਾਰ ਸੁੱਟਿਆ। ਕੌਣ ਮਾਰੇਗਾ? ਛੋਟੇ ਤੇ ਛੋਟਾ ਵਿਸ਼ਵਾਸੀ ਜਿਹਦੇ ਉੱਤੇ ਮੱਸਾ ਠਹਿਰਿਆ ਹੈ ਪੁੱਤਰ ਆਤਮਾ ਦਾ ਯਹੋਵਾ ਦੇ ਨਾਲ, ਉਹ ਬੜੇ ਤੋਂ ਬੜੇ ਵੀ ਦੁਸ਼ਟ ਨੂੰ ਕੀ ਕਰ ਦੇਗਾ? ਅੜਾ ਕਰਾ ਦੇਗਾ। ਉਹ 'ਚ ਉਮਰ ਦਾ ਕੋਈ ਸਿਸਟਮ ਨਹੀਂ ਆ ਕਿ ਉਹਦੀ ਏਜ ਘੱਟ ਆ, ਉਹ ਛੋਟਾ ਆ, ਇਹਦਾ ਕੋਈ ਸਿਸਟਮ ਨਹੀਂ ਆ। ਅਭਿਸ਼ੇਕ ਕਿਹਦੇ ਤੇ ਠਹਿਰਿਆ ਹੋਇਆ ਹੈ? ਬਾਈਬਲ ਦਾ ਸਿਸਟਮ। ਬਾਈਬਲ ਕਹਿੰਦੀ ਉਹ ਛੋਟਾ ਸੀ ਔਰ ਉੱਥੇ ਰੱਬ ਯਹੋਵਾ ਦੇ ਨਾਲ ਸੀ। ਇਹਨੇ ਉਸ ਵਕਤ ਗੋਲੀਅਥ ਨੂੰ, ਜੋ ਪਰਮੇਸ਼ਰ ਦੇ ਦਲਾਂ ਨੂੰ ਲਲਕਾਰ ਸੀ, ਕੋਈ ਨਹੀਂ ਨਿਕਲ ਕੇ ਆ ਰਿਹਾ ਸੀ। ਸਭ ਨਜ਼ਾਰਾ ਦੇਖਦੇ ਸੀ ਦੂਰੋਂ, ਪਰ ਇੱਕ ਨੇ ਦਲੇਰੀ ਕੀਤੀ ਜਿਹਦੇ ਨਾਲ ਯਹੋਵਾ ਹੋਏਗਾ, ਕਹਿੰਦਾ ਆਮਦੋ ਇਹਨੂੰ ਦੇਖ ਲੈਣਾ। ਔਰ ਕੀ ਲਿਖਿਆ? ਡੱਫਾਂ ਅਤੇ ਚਿਕਾਰੇ ਵਜਾਉਂਦੀਆਂ ਹੋਈਆਂ ਸ਼ਾਊਲ ਪਾਤਸ਼ਾਹ ਦੇ ਮਿਲਣ ਨੂੰ ਨਿਕਲੀਆਂ। ਕੁਛ ਔਰਤਾਂ, ਇਹਨੂੰ ਵਿਸ਼ਵਾਸੀ ਕਹਿ ਸਕਦੇ ਆ, ਡੱਫ ਵਜਾਉਂਦੀਆਂ ਗਾਉਂਦੀਆਂ ਆਈਆਂ। ਡੱਫ ਵਜਾਵੇ ਕੇ ਕੀ ਕਹਿੰਦੀਆਂ ਸੀ? ਅਤੇ ਉਹਨਾਂ ਨੇ ਵਜਾਉਂਦਿਆਂ ਵਜਾਉਂਦਿਆਂ ਵਾਰੋ ਵਾਰੀ ਗਾ ਕੇ ਇੱਕ ਆਖਿਆ, ਗੀਤ ਗਾਇਆ। ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ ਉਹ ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ ਅਤੇ ਦਾਊਦ ਨੇ ਆਪਣੇ ਲੱਖਾਂ ਨੂੰ। ਦਾਊਦ ਨੇ ਲੱਖਾਂ ਨੂੰ ਮਾਰਿਆ। ਤਾਂ ਸ਼ਾਊਲ ਨੂੰ ਵੱਡਾ ਕ੍ਰੋਧ ਆਇਆ ਸ਼ਾਊਲ ਨੂੰ ਬੜਾ ਗੁੱਸਾ ਆਇਆ। ਔਰ ਇਹ ਗੱਲ ਉਸ ਨੂੰ ਮਾੜੀ ਲੱਗੀ। ਇਹ ਗੱਲ ਉਸ ਨੂੰ ਬਹੁਤ ਮਾੜੀ ਲੱਗੀ ਕਿ ਮੈਂ ਹੈਡ, ਮੇਰੇ ਲਈ ਥੋੜੇ ਤੇ ਇਹ ਦਾਊਦ ਲਈ ਜ਼ਿਆਦਾ ਠਹਿਰਾਤੇ। ਔਰ ਫਿਰ ਅਤੇ ਉਹ ਬੋਲਿਆ, ਹਾਂ, ਉਹਨਾਂ ਨੇ ਦਾਊਦ ਦੇ ਲਈ ਲੱਖਾਂ ਠਹਿਰਾਏ ਅਤੇ ਮੇਰੇ ਲਈ ਨਿਰੇ ਹਜ਼ਾਰਾਂ। ਇਹ ਮਨ ਵਿੱਚ ਇੱਕ ਕਪਟ ਆ ਗਿਆ। ਬਸ ਹੁਣ ਰਾਜ ਤੋਂ ਬਿਨਾ ਹੋਰ ਉਹਨੂੰ ਕੀ ਮਿਲਣਾ ਬਾਕੀ ਹੈ। ਔਰ ਉਸ ਦਿਨ ਤੋਂ ਅੱਗੇ ਨੂੰ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ। ਮਨ ਵਿੱਚ ਕਪਟ ਆ ਗਿਆ। ਇਹਨੂੰ ਕਹਿੰਦੇ ਜੈਲਸੀ ਦਾ ਆਤਮਾ, ਜਿਹੜਾ ਵਿਲੀ ਗ੍ਰਾਮ ਨੇ ਆਪਣੇ ਪੁਸਤਕ ਲਿਖਿਆ। ਇਹਨੂੰ ਕਹਿੰਦੇ ਕਿਸੇ ਤੋਂ ਜੈਲਸੀ ਕਰਨੀ। ਕਿਸੇ ਨੇ ਕਾਰ ਖਰੀਦ ਲਿੱਤੀ, ਬੋਲਣਾ ਕੁਛ ਨਹੀਂ, ਮਨ ਵਿੱਚ ਕੁੜੱਤਣ, ਬੋਲਿਆ ਕੁਛ ਨਹੀਂ ਹੈ, ਕੁੜੱਤਣ। ਕਿਸੇ ਨੇ ਕਾਰ ਖਰੀਦਿਆ, ਮਨ 'ਚ ਕੁੜੱਤਣ। ਇਹਨੂੰ ਕਹਿੰਦੇ ਜੈਲਸੀ ਦੀ ਸਪਿਰਿਟ ਜਿਹੜੀ ਆ, ਉਹ ਬੰਦੇ ਨੂੰ ਕਿਵੇਂ ਖਤਮ ਕਰਦੀ ਆ, ਜੈਲਸੀ ਰੱਖ ਕੇ। ਇਹ ਵੀ ਆਦਮੀ ਬਹੁਤ ਲੋਕਾਂ ਨੂੰ, ਜੇ ਕੋਈ ਅੱਛੇ ਕੱਪੜੇ ਪਾ ਕੇ ਆਉਂਦਾ, ਬਹੁਤ ਨਿਗਾਹ ਰੱਖਣਗੇ। ਅੱਛਾ, ਬਹੁਤ ਅੱਜ ਕੱਲ੍ਹ ਤਾਂ ਕੱਪੜੇ ਬਦਲ ਕੇ ਆ ਰਹੇ ਆ। ਐਵੇਂ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ, ਐਵੇਂ ਮਨ 'ਚ ਛੋਟੀਆਂ ਛੋਟੀਆਂ ਗੱਲਾਂ ਉਤਪਤ ਕਰੀ ਜਾਣੀਆਂ ਆਪਣੇ ਵਿੱਚ। ਇਹ ਪਾਪ ਕਰੀ ਜਾਣਾ ਸੋਚ ਕੇ। ਇਹਨੂੰ ਕਹਿੰਦੇ ਜਲਸੀ ਦੀ ਆਤਮਾ। ਬਹੁਤ ਕੁਛ ਲੋਕ ਜਲਸੀ ਰੱਖਦੇ।
ਛੋਟੇ ਛੋਟੇ ਬਰੀਕੀ ਦੇ ਪਾਪ ਹਨ ਜਿਹੜੇ ਆਦਮੀ ਨੂੰ ਪਤਾ ਤਦੀ ਉਹਨੇ ਕਿਹਾ ਨਾ, ਊਂਠ ਨੂੰ ਤੇ ਮੱਛਰ ਦੇ ਬਾਰੇ ਮਤੀ ਇੰਜੀਲ 'ਚ ਕਿਹਾ, ਇਹਦੇ ਲਿਖਿਆ ਪੁੰਨ ਲੈਂਦੇ, ਕਹਿੰਦਾ ਊਂਠ ਖਾ ਜਾਂਦੇ ਆ। ਬੜੀਆਂ ਗੱਲਾਂ ਤੇ ਛੋਟੀਆਂ ਗੱਲਾਂ ਦਾ ਵੀ ਖਿਆਲ ਰੱਖਿਆ ਕਰੋ, ਉਹਦਾ ਰੱਖਿਆ ਕਰੋ ਕਿ ਕਿੱਦਾਂ ਅੰਦਰ ਚੱਲ ਜਾਂਦੀਆਂ, ਤੁਹਾਡੇ ਅੰਦਰ ਇਹ ਚੀਜ਼ਾਂ ਚੱਲ ਜਾਂਦੀਆਂ। ਜੈਲਸੀ ਦਾ ਆਤਮਾ ਵੀ ਆਂਦਾ, ਉਹ ਦੁਸ਼ਟ ਆਤਮਾ ਹੁੰਦਾ ਜਿਹੜਾ ਤੇਰੇ ਅੰਦਰ ਉਹ ਜੈਲਸੀ ਦਾ ਰੂਹ ਕੰਮ ਕਰਦਾ। ਔਰ ਕੀ ਲਿਖਿਆ? ਅਗਲੇ ਪਲਕ ਅਜਿਹਾ ਹੋਇਆ ਹਾਂ, ਜੋ ਪਰਮੇਸ਼ਰ ਵੱਲੋਂ ਉਹ ਦੁਸ਼ਟ ਆਤਮਾ ਸ਼ਾਉਲ ਉੱਤੇ ਆਇਆ। ਜਿਹੜਾ ਆਦਮੀ ਕਿਸੇ ਦੇ ਪਰਿਵਾਰ ਤੋਂ, ਬੱਚੇ ਤੋਂ, ਕਿਸੇ ਅੱਛੇ ਕੱਪੜੇ ਤੋਂ, ਗੱਡੀ ਤੋਂ, ਮੋਟਰਸਾਈਕਲ ਤੋਂ, ਉਹਦੇ ਅੱਛੇ ਰਿਗਾਰਡ ਤੋਂ, ਰਿਗਾਰਡ ਕਿਸੇ ਦਾ ਬਹੁਤਾ ਹੋਵੇ, ਉੱਥੋਂ ਵੀ ਉਹ ਜਲਸੀ ਕਰ ਲੈਂਦੇ ਦੂਸਰੇ ਲੋਕ। ਉਹਦੇ ਅੰਦਰ ਦੁਸ਼ਟ ਆਤਮਾ ਆ ਗਿਆ, ਉਹਦੇ ਅੰਦਰ ਕੁਛ ਨਹੀਂ ਆਇਆ, ਚਾਹੇ ਉਹ ਕਿੰਨਾ ਵੀ ਪੁਰਾਣਾ ਵਿਸ਼ਵਾਸੀ ਕਿਉਂ ਨਾ ਹੋਵੇ, ਉਹ 'ਚ ਦੁਸ਼ਟ ਆਤਮਾ ਪ੍ਰਵੇਸ਼ ਕੀਤੀ, ਉਹੀ ਜਲਸੀ ਅੰਦਰੋਂ ਦੇ ਆ ਰਹੀ ਆ। ਇਹ ਦੁਸ਼ਟ ਆਤਮਾ ਆ। ਵਿਸ਼ਵਾਸੀ ਲੋਕੋ, ਜੇ ਜਲਸੀ ਆਂਦੀ ਤੇ ਸ਼ੈਤਾਨ ਦਾ ਆਤਮਾ ਤੇਰੇ ਅੰਦਰ ਆ ਗਿਆ, ਇਹੀ ਆਤਮਾ ਦੇ ਅੰਦਰ ਆਇਆ ਜਲਸੀ ਦਾ। ਉਹਨੇ ਕਿਹਾ, ਉਹਨੇ ਹਜ਼ਾਰਾਂ ਨੂੰ, ਉਹਨੇ ਲੱਖਾਂ ਨੂੰ, ਕਹਿੰਦਾ ਇਹ ਗੱਲ ਤਾਂ ਕਦੀ ਹੋ ਨਹੀਂ ਸਕਦੀ। ਔਰ ਫਿਰ ਤਦ ਉਹ ਘਰ ਵਿੱਚ ਅਗਮ ਵਾਚਣ ਲੱਗ ਪਿਆ ਅਤੇ ਦਾਊਦ ਨੇ ਉਹਦੇ ਸਾਹਮਣੇ ਪਹਿਲਾਂ ਵਾਂਗੂ ਹੱਥ ਨਾਲ ਵਜਾਇਆ। ਹਾਂ, ਉਸ ਵੇਲੇ ਸ਼ਾਉਲ ਦੇ ਹੱਥ ਵਿੱਚ ਇੱਕ ਸਾਂਗ ਸੀ। ਤਦ ਸ਼ਾਉਲ ਨੇ ਸਾਂਗ ਸੁੱਟ ਕੇ ਆਖਿਆ, ਦਾਊਦ ਨੂੰ ਮੈਂ ਕੰਧ ਨਾਲ ਵਿੰਨਾਂਗਾ। ਪਰ ਦਾਊਦ ਅਗਲੇ ਭਲਕ ਕਿੱਦਾਂ ਲਿਖਿਆ ਜਿਹਾ ਹੋਇਆ ਕਿ ਇੱਕ ਪਰਮੇਸ਼ਰ ਵੱਲੋਂ ਇੱਕ ਦੁਸ਼ਟ ਆਤਮਾ ਤੇ ਕਿਉਂ ਗਿਆ ਆਇਆ। ਇਹਦਾ ਮਤਲਬ ਦੁਸ਼ਟ ਆਤਮਾ ਅਗੰਮ ਵੀ ਵਸ ਸਕਦਾ ਹੈ। ਅਗੰਮ ਬਚ ਕੇ ਵਿਸ਼ਵਾਸ ਨਹੀਂ ਕਰੇਗਾ ਦੁਸ਼ਟ ਆਤਮਾ ਕਰਦਾ, ਉਹ ਰੈਕੋਰਡ ਦੱਸੇਗਾ ਕਿ ਤੁਸੀਂ ਕੀ ਕਰਦੇ ਹੋ। ਅਸੀਂ ਫਟ ਕਾਇਲ ਹੋ ਜਾਂਦੇ ਕਿ ਯਾਰ ਉਹ ਅਗੰਬਾ ਕਰਦੇ। ਇਹ ਵੀ ਲੋਕ ਕਮਜ਼ੋਰ ਨੇ ਜਿਹੜੇ ਫਸ ਜਾਂਦੇ ਹਨ। ਪਹਿਚਾਨ ਪਛੂਨ ਕੋਈ ਨਹੀਂ ਆ, ਕੋਈ ਨਹੀਂ ਪਹਿਚਾਨ, ਸਿਰਫ ਇਹ ਕਿ ਇਹ ਅਗੰਬਾ ਬਚਿਆ ਦਾ ਕਿੰਨਾ ਸ਼ੋਰ ਸ਼ਰਾਬਾ ਹੋਇਆ, ਪੈਸੇ ਆ ਗਏ ਪਰਸ ਵਿੱਚ, ਬੈਂਕ 'ਚ। ਬਾਈਬਲ ਦਾ ਖੁਦਾ ਕਹਿੰਦਾ ਤੂੰ ਆਪਣੀ ਮਿਹਨਤ ਦੀ ਕਮਾਏਗਾ ਤੇ ਖਾਏਗਾ। ਇਹ ਮਿਹਨਤ ਨਹੀਂ, ਜਾਦੂਗਰੀ ਹੈ। ਪੈਸੇ ਆ ਗਏ। ਜਿਹੜੇ ਅੱਜ ਤੋਂ 30 ਸਾਲ ਪਹਿਲੇ ਦੀ ਗੱਲ, ਮੈਂ ਪੜ੍ਹਦਾ ਛੋਟਾ ਸੀ, ਤੀਜੀ ਚੌਥੀ 'ਚ, ਨਿਆਣਿਆਂ ਵਾਂਗੂ ਇਹਦਾ ਰਸ਼ ਪਾਲਣਾ ਤੇ ਡੁਗ ਡੁਗੀ ਵਜਾਣੀ। ਉਹਨੇ ਕੰਨ ਐ ਕਰਨਾ ਤੇ ਡੱਬਾ ਚੇਂਜ ਨਾਲ ਭਰ ਜਾਣਾ, ਪੈਸੇ ਡਿੱਗਦੇ ਸੀ ਐਂ ਕਰਕੇ। ਤੁਸੀਂ ਵੀ ਦੇਖਿਆ ਹੋਣਾ ਜਿਹੜਾ ਮੇਰੀ ਉਮਰ ਦੇ ਹੋਣੇ ਆ, ਉਹ ਕੰਨ ਐ ਕਰਦੇ, ਪੈਸਾ ਡੱਬਾ ਸੀ ਉਹ ਭਰ ਜਾਂਦਾ ਚੇਨ ਨਾਲ, ਤੇ ਲੋਕੀ ਤਾੜੀਆਂ ਮਾਰਦੇ ਸੀ। ਅੱਜ ਵੀ ਲੋਕਾਂ ਨੇ ਪਰਸ 'ਚ ਪੈਸੇ ਕੱਢ ਦਿਖਾ ਲਏ, ਤਾੜੀਆਂ ਮਾਰੀਆਂ। ਬਹੁਤ ਦੇਖਿਆ ਹੋਣਾ ਪਿਛਲੇ ਸਮੇਂ 'ਚ ਦੁਸ਼ਟ ਆਤਮਾ ਭਰਮਾਉਣ ਵਾਲੀਆਂ ਬਦਰੂਹਾਂ ਕਿੱਦਾਂ ਸੇਵਕਾਂ ਨੂੰ ਵੀ ਭਰਮਾ ਲੈਂਦੀ, ਪਤਾ ਹੀ ਨਾ ਲੱਗਦਾ ਕਿ ਸੱਚ ਆ ਕਿ ਝੂਠ। ਅਸੀਂ ਕਹਿੰਦੇ ਨਹੀਂ, ਇਹ ਸੱਚ ਆ। ਬਾਈਬਲ ਵੀ ਕਹਿੰਦੀ ਸੁਲਖਾ 'ਚ ਕਹਿੰਦੇ ਨੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਮੰਨਿਆ ਇਹਨਾਂ ਨੇ। ਇੱਦਾਂ ਲਿਖਿਆ। ਇਹੋ ਤੇ ਕ੍ਰੋਧ ਰਹੇਗਾ ਪਰਮੇਸ਼ਰ ਦਾ। ਮੇਰੇ ਭੈਣ ਭਰਾਓ, ਬਾਈਬਲ ਪੜ੍ਹੀਏ ਤੇ ਬਾਈਬਲ ਨਾਲ ਚੱਲੀਏ। ਬੁਰੇ ਤੇ ਭਲੇ ਦੀ ਕੀ ਕਰੀਏ? ਪਹਿਚਾਨ करिए। बाइबल चलेगा हर एक आत्मा में विश्वास नहीं है, आत्मा को परखो। इधर ये बाइबल की गल मेरे भैन भराओ। इस करके मैं तुहानू जिहड़ी गल पढ़ाई, दाऊद जिले उहदी अखां च रड़कन लगा, उन्हें फिर वही अपना हथियार कढ़िया और उन्होंने बिनन लगा तो दौड़ गया। और क्या लिखिया? तद शाऊल ने सांग सुट के आख्या, हाँ दाऊद नूं मैं कंध नाल विन्नांगा। और पर दाऊद उहदे सामणेओं 2 वारी बच निकलिया। इहनूं ख्याल रखिए, क्यों बच निकलिया? शाऊल नूं मार सकदा सी दाऊद, उत्ते मसा ठप्पर करदा नहीं। इहनूं तुसीं जिले दी इहदी पूरी स्टोरी 18 चैप्टर पढ़ोगे, मीकल दी शादी किद्दां होई, ਇਹਦੇ ਗਾਂ ਜਾਓਗੇ ਤਾਂ ਪੜੋਗੇ ਇਹਦੇ ਬਾਰੇ ਤੇ ਤੁਹਾਨੂੰ ਬੜੀ ਇੱਕ ਲੰਬੀ ਅੱਛੀ ਇਹਦੀ ਹਿਸਟਰੀ ਮਿਲੇਗੀ। ਹੁਣ ਮੈਂ ਤੁਹਾਨੂੰ ਉਸ ਲਾਈਨ ਪਰ ਟੱਚ ਕਰਾਉਣਾ ਚਾਹੁੰਦਾ, ਜਿਹੜਾ 24 ਚੈਪਟਰ ਆ ਉਹਦੀ ਪਹਿਲੀ ਐਤ ਤੋਂ ਮੈਂ ਤੁਹਾਨੂੰ ਇਹਦੇ ਚੋਂ ਆਸਾ ਤੁਹਾਨੂੰ ਟੱਚ ਇਸ ਕਰ ਕਰਾਉਣਾ ਚਾਹੁੰਦਾ ਕਿ ਤੁਹਾਨੂੰ ਤਸਵੀਰ ਦਿਖਾਵਾਂ ਇਸ ਬੰਦੇ ਦੀ ਕੀ ਆ। ਇਹਦੇ ਉੱਤੇ ਮਸਾ ਠਹਿਰਿਆ ਸੀ ਤੇ ਸ਼ਾਉਲ ਤੋਂ ਮਸਾ ਚਲਾ ਗਿਆ ਸੀ, ਜਿਹਨੂੰ ਮਸਾ ਬਾਈਬਲ ਕਹਿੰਦੀ ਸ਼ਾਉਲ ਵੀ ਇੱਕ ਦਿਨ ਗੰਭਾ ਕੀਤਾ। ਸ਼ਾਉਲ ਨੇ ਵੀ सब कुछ खुदा नाल गल्लां कीतियां, युद्ध लड़िया, पर लंबा समा नहीं रहा। लंबा समा वो रहणगे जिन्हां दे अंदर पवित्र आत्मा का सही फल होगा, वो लंबा समा चलणगे, उस तो बिना नहीं। यही गल की पढ़ियो 24 चैप्टर, पहला सैमुएल 24 पहली है। अजिहा होया हाँ जां शाऊल फलिस्तियां दा पिछा करन तो मुड़ पिया,
ਤਾਂ ਲੋਕਾਂ ਨੇ ਉਹਨੂੰ ਖਬਰ ਦਿੱਤੀ ਕਿ ਵੇਖੋ ਦਾਊਦ ਐਨ ਗੱਦੀ ਦੀ ਉਜਾੜ ਵਿੱਚ ਹੈ। और ਤਦ ਸ਼ਾਉਲ ਸਾਰੇ ਇਜ਼ਰਾਈਲ ਵਿੱਚੋਂ 3000 ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹਦੇ ਮਨੁੱਖਾਂ ਨੂੰ ਭਾਲਣ ਤੁਰਿਆ। ਤਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹਿੇ ਦੇ ਕੋਲ ਸਨ। ਉੱਥੇ ਇੱਕ ਖੁੰਦਰ ਸੀ, ਸੋ ਸ਼ਾਉਲ ਸੁਚੇਤੇ ਫਿਰਨ ਲਈ ਉਸ ਖੁੰਦਰ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣੇ ਮਨੁੱਖਾਂ ਸਣੇ ਉਸੇ ਖੁੰਦਰ ਦੀਆਂ ਨੁਕਰਾਂ ਵਿੱਚ ਬੈਠਾ ਹੋਇਆ ਸੀ। ਦਾਊਦ ਦੇ ਮਨੁੱਖਾਂ ਨੇ ਉਹਨੂੰ ਆਖਿਆ, ਵੇਖੋ ਉਹ ਦਿਨ ਆਇਆ ਹੈ ਜੋ ਯਹੋਵਾ ਨੇ ਤੁਹਾਨੂੰ ਆਖਿਆ ਸੀ ਕਿ ਵੇਖ ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ। ਤਾਂ ਦਾਊਦ ਨੇ ਮਲਕੜੇ ਉੱਠ ਕੇ ਸ਼ਾਉਲ ਦੀ ਚੱਦਰ ਦਾ ਪੱਲਾ ਕੱਟ ਲਿਆ। सुनिए, जिस खुंदर दे विच लुकिया है सी प्रभु दा बंदा दाऊद, शाऊल उहदा पिछा कर रहा। शाऊल भी उस खुंदर च चला गया, पर थोड़ा जिहा गैब होने के कारण वापस लौटन लगा। उन्हें उहदी चादर का पल्ला कट लिया। तो देखिए चादर का पल्ला कट्टन नाल भी उहदे दिल च कितना दुख होया। पढ़िए दे लिखिया, पढ़िए। ਇਹਦੇ ਪਿੱਛੋਂ ਅਜਿਹਾ ਹੋਇਆ हाँ, ਜੋ ਦਾਊਦ ਦਾ ਮਨ ਵਿਆਕੁਲ ਹੋ ਗਿਆ। ਉਹਦਾ ਪੱਲਾ ਕੱਟ ਲਿੱਤਾ, ਉਹਦਾ ਮਨ ਵਿਆਕੁਲ ਹੋ ਗਿਆ। और फिर ਉਸਨੇ ਉਹਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ और ਅਤੇ ਉਸਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾ ਨਾ ਕਰੇ ਭਈ ਮੈਂ ਆਪਣੇ ਸਵਾਮੀ ਨਾਲ ਜੋ ਯਹੋਵਾ ਵੱਲੋਂ ਮਸਾ ਕੀਤਾ ਹੋਇਆ ਹੈ हाँ ਅਜਿਹਾ ਕੰਮ ਕਰਾਂ और ਜੋ ਆਪਣਾ ਹੱਥ ਉਹਦੇ ਵਿਰੁੱਧ ਚਲਾਵਾਂ। ਮਸਾ ਕੀਤੇ ਹੋਏ ਦੇ ਉੱਤੇ ਮੈਂ ਕੀ ਚਲਾਵਾਂ? ਹੱਥ ਚਲਾਵਾਂ। ਇਹ ਪਾਪ ਹੋਵੇਗਾ। परमेश्वर ऐसा ना करे कि मैं परमेश्वर दे बंदे मखसूस किते दा हाथ चक लवां। जे चक लिता तो तेरे घर दे सिस्टम तेरा सारा उलट पुलट कर देगा खुदा। इधे लिखा है तेरे हालात बदतर हो जाएंगे। इधे लिखा है। और क्या लिखा पढ़िए? ਕਿਉਂ ਜੋ ਉਹ ਪਰਮੇਸ਼ਵਰ ਦਾ ਮਸਾ ਕੀਤਾ ਹੋਇਆ क्योंकि ਹੈ। वो परमेश्वर दा मसा कीता होया। ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਇਹ ਗੱਲਾਂ ਸੁਣਾ ਕੇ ਰੋਕਿਆ हाँ, ਅਤੇ ਉਹਨਾਂ ਨੂੰ ਸ਼ਾਉਲ ਉੱਤੇ ਹੱਥ ਨਾ ਚਲਾਉਣ ਦਿੱਤਾ। ਉਹਨੂੰ ਮਾਰਨਾ ਚਾਹੁੰਦੇ, ਤੇਰੇ ਦੁਸ਼ਮਣ ਨੂੰ ਯਹੋਵਾ ਨੇ ਕਰਤਾ। ਕਹਿੰਦਾ ਨਹੀਂ, ਮਸਾ ਕੀਤੇ ਤੇ ਕਦੀ ਹੱਥ ਨਹੀਂ ਚੱਕਣਾ, ਲਾਨਤ ਆ ਜਾਏਗੀ ਤੇਰੇ ਬੱਚਿਆਂ ਉੱਤੇ। ਇਦਾਂ ਲਿਖਿਆ ਹੈ। ਔਰ ਕੀ ਲਿਖਿਆ? ਅਤੇ ਸ਼ਾਉਲ ਖੁੰਦਰ ਵਿੱਚੋਂ ਉੱਠ ਨਿਕਲ ਕੇ ਆਪਣੇ ਰਾਹ ਤੁਰਿਆ। ਹੁਣ ਸੁਣੀਏ, ਪਵਿੱਤਰ ਆਤਮਾ ਠਹਿਰਿਆ ਹੋਇਆ, ਬਲ ਵੀ ਆ, ਤਾਕਤ ਵੀ ਆ, ਲੇਕਿਨ ਇਸਤੇਮਾਲ ਨਹੀਂ ਕਰ ਰਿਹਾ। ਡਰਦਾ ਕਿ ਨਹੀਂ ਅੱਜ ਇਹ ਮਸਾ ਨਹੀਂ ਹੈ, ਡਿੱਗ ਗਿਆ ਆ ਸ਼ਾਉਲ, पर इतने हाथ नहीं चक सकता। खुदा का अभिषेक आ, सारा कुछ आ, पर पाप नहीं करना चाहता कोई भी। और अगे पढ़ी की लिखिया? ਇਸ ਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਖੁੰਦਰ ਵਿੱਚੋਂ ਨਿਕਲਿਆ और ਅਤੇ ਸ਼ਾਉਲ ਦੇ ਪਿੱਛੇ ਹਾਕਾ ਮਾਰ-ਮਾਰ ਕੇ ਆਖਿਆ, हाँ ਹੇ ਮਹਾਰਾਜ ਪਾਤਸ਼ਾਹ। सुनिए, ਉਹਦਾ ਦੁਸ਼ਮਣ ਨੂੰ ਮਾਰਨਾ ਚਾਹੁੰਦਾ, ਖੁੰਦਰ ਦੇ ਵਿੱਚ ਉਹਦੇ ਬਰਛੀ ਮਾਰ ਕੇ ਉਹਨੂੰ ਪਰੋ ਵੀ ਸਕਦਾ ਸੀ, ਪਰ ਕਹਿੰਦਾ ਨਹੀਂ। ਨਿਕਲ ਤੋਂ ਬਾਅਦ ਸ਼ਾਉਲ ਵੀ ਨਿਕਲਿਆ ਉਸ ਖੁੰਦਰ ਵਿੱਚੋਂ, ਥੋੜਾ ਗਾਇਬ ਸੀ, ਲੰਬਾ। ਦੂਰੋਂ ਆਵਾਜ਼ ਮਾਰ ਕੇ ਕੀ ਕਿਹਾ? ਪੜ੍ਹੀਏ। ਹੇ ਮਹਾਰਾਜ ਪਾਤਸ਼ਾਹ। ਦੁਸ਼ਮਣ ਨਹੀਂ, ਆਪਣੇ ਮਾਰਨ ਵਾਲੇ ਦੇ ਖਿਲਾਫ ਨਹੀਂ। ਕਿੱਦਾਂ ਦੀ ਆਵਾਜ਼ ਆ? ਪੁੱਤਰ ਆਤਮਾ ਦੀ। ਇਹ ਪੁੱਤਰ ਆਤਮਾ ਦੀ ਆਵਾਜ਼ ਆ। ਇਹ ਮਹਾਰਾਜ ਪਾਤਸ਼ਾਹ। ਅਤੇ ਸ਼ਾਉਲ ਨੇ ਪਿਛਾਹਾਂ ਭੌਂ ਕੇ ਜਾਂ ਡਿੱਠਾ। ਸ਼ਾਉਲ ਨੇ ਜਿਲੇ ਪਿੱਛੇ ਮੁੜ ਕੇ ਵੇਖਿਆ ਤਾਂ ਦਾਊਦ ਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ। ਆਏ ਸਹੀ, ਜਿਲੇ ਤੁਹਾਡੇ ਅੰਦਰ ਪੁੱਤਰ ਆਤਮਾ ਕੰਮ ਕਰੇਗਾ ਤੇ ਲੋਕ ਤੁਹਾਡੇ ਸਾਹਮਣੇ ਝੁਕ ਜਾਣਗੇ। ਦੁਸ਼ਟ ਆਤਮਾ ਦੀ ਕੀ ਤਾਕਤ ਆਪਣੇ ਆਪ ਡਿੱਗੇਗੀ, ਉਹਨੂੰ ਜਾਣਾ ਹੈ। ਬਿਮਾਰੀ ਛੱਡੇਗੀ, ਸ਼ਰਾਬ ਜਾਏਗਾ ਤੇਰੇ ਘਰ ਵਿੱਚੋਂ ਦੀ, ਲਾਂਤਾਂ ਦੇ ਬੰਧਨ ਟੁੱਟ ਜਾਣਗੇ ਤੇਰੀ ਫੈਮਿਲੀ ਵਿੱਚੋਂ ਦੀ। ਪਰ ਤੂੰ ਸਹੀ ਚੱਲ। ਦੇਖੀਏ ਤਸਵੀਰ ਕੀ ਹੈ ਪੁੱਤਰ ਆਤਮਾ ਦੀ। ਪੜ੍ਹੀਏ ਕੀ ਲਿਖਿਆ? ਅਤੇ ਦਾਊਦ ਨੇ ਸ਼ਾਉਲ ਨੂੰ ਆਖਿਆ, ਤਾਂ ਦਾਊਦ ਨੇ ਸ਼ਾਉਲ ਨੂੰ ਆਖਿਆ, ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਾਨੂੰ ਕੰਨ ਲਾਉਂਦਾ ਹੈ ਕਾਨੂੰਨ ਲੋਕਾਂ ਵੱਲ ਧਿਆਨ ਰੱਖਦਾ, ਮੇਰੇ ਖਿਲਾਫ ਹੋਇਆ ਪਿਆ ਹੈ, ਜਿਹੜੇ ਆਖਦੇ ਹਨ ਭਈ ਵੇਖੋ ਦਾਊਦ ਤੁਹਾਡੀ ਬੁਰਾਈ ਚਾਹੁੰਦਾ ਹੈ। ਇਦਾਂ ਲੋਕ ਭਰਦੇ ਕੰਨ ਕਿ ਸ਼ਾਉਲ ਨੂੰ ਕਿ ਦਾਊਦ ਤੁਹਾਡੀ ਸੈਨਾਪਤੀ ਸਾਹਿਬ, ਪਾਸ਼ਾ ਸਾਹਿਬ ਤੁਹਾਡੇ ਹਮੇਸ਼ਾ ਖਿਲਾਫ ਬੋਲਦਾ। ਤੁਹਾਡੇ ਵਿਸ਼ਵਾਸੀਆਂ ਦੇ ਹਾਲਾਤ ਵੀ ਇਹੀ ਆ। ਉਹ ਵੀ ਇਹਦੇ ਜਾ ਕੇ ਇੱਕ ਦੂਜੇ ਦੇ ਕੰਨ ਭਰਦੇ ਹਨ ਕਿ ਨਹੀਂ ਉਹ ਤੁਹਾਨੂੰ ਐਂ ਕਹਿੰਦੇ ਸੀ, ਉਹਨੂੰ ਤੋੜਨਾ ਹੈ। ਇਹ ਹੈਗੀ ਉਹ ਆਤਮਾ, ਦੁਸ਼ਟ ਆਤਮਾ ਜਿਹੜੀ ਸ਼ਾਉਲ ਦੇ ਉੱਤੇ ਆਈ। ਅੱਜ ਵੀ ਵਿਸ਼ਵਾਸੀਆਂ ਉੱਤੇ ਉਹ ਆਤਮਾ ਆ ਕੇ ਕੰਮ ਕਰਦਾ, ਪਰ ਵਿਸ਼ਵਾਸੀਆਂ ਨੂੰ ਪਤਾ ਨਹੀਂ ਚੱਲਦਾ ਹੁਣ ਮੇਰੇ 'ਚ ਕਿਹੜਾ ਆਤਮਾ ਕੰਮ ਕਰਦਾ। ਇੱਦਾਂ ਹੀ ਕਹਿੰਦੀ ਬਾਈਬਲ। ਔਰ ਪੜ੍ਹੀਏ ਕੀ ਲਿਖਿਆ? ਵੇਖ ਅੱਜ ਤੂੰ ਆਪਣੀਆਂ ਅੱਖੀਆਂ ਨਾਲ ਡਿੱਠਾ। ਦੇਖ
ਤੂੰ ਅੱਜ ਆਪਣੀਆਂ ਅੱਖਾਂ ਨਾਲ ਵੇਖਿਆ। ਸ਼ਾਉਲ ਨੂੰ ਕਿਹਾ ਜੋ ਯਹੋਵਾ ਨੇ ਅੱਜ ਹੀ ਕਿਕਰ ਤੈਨੂੰ ਖੁੰਦਰ ਦੇ ਅੰਦਰ ਕਿਵੇਂ ਤੈਨੂੰ ਪਰਮੇਸ਼ਰ ਨੇ ਖੁੰਦਰ ਦੇ ਵਿੱਚ ਮੇਰੇ ਵਸ ਵਿੱਚ ਕਰ ਮੇਰੇ ਦਿੱਤਾ ਵਸ ਸੀ। ਵਿੱਚ ਕਰ ਦਿੱਤਾ ਸੀ। ਅਤੇ ਕਈਆਂ ਨੇ ਮੈਨੂੰ ਆਖਿਆ ਵੀ ਕਈਆਂ ਨੇ ਮੈਨੂੰ ਆਖਿਆ ਉਹਨੂੰ ਮਾਰ ਲੈ, ਇਹਨੂੰ ਮਾਰ ਲੈ, ਪਰ ਮੇਰੀਆਂ ਅੱਖੀਆਂ ਨੇ ਮੇਰੀ ਅੱਖਾਂ ਨੇ ਤੇਰੇ ਉੱਤੇ ਤਰਸ ਤੇਰੇ ਖਾਦਾ। ਤੇ ਤਰਸ ਖਾਦਾ। ਸਹੀ ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ ਤਰਸ ਖਾਏਗਾ ਬਹੁਤਿਆਂ ਉੱਤੇ। ਆਪਣੇ ਮੁਖਾਲਫਤ ਕਰਨ ਵਾਲੇ ਤੇ ਜ਼ਰੂਰ ਤਰਸ ਖਾਏਗਾ, ਖਾਲੇਗਾ ਤਰਸ, ਕਿਉਂਕਿ ਉਹਦੇ ਅੰਦਰ ਸਹੀ ਹੋਲੀ ਸਪਿਰਿਟ ਆ। जिधर सही होली स्पिरिट नहीं वो तरस नहीं, हमेशा खिलाफ ही बोलेगा। शॉल मंगू पिछा ही करेगा, किसी ना किसी तरीके रद्द किया जाए। यही फर्क है होली स्पिरिट का ते दुष्ट आत्मा का। पहचान कर लिया करो एक दूसरे तो किसी अंदर पितर आत्मा किसी अंदर नहीं। और पढ़िए कि लिखिया ਅਤੇ मैं आख्या ਕਿ ਮੈਂ ਆਪਣੇ स्वामी ਉੱਤੇ ਹੱਥ ਨਾ ਚਲਾਵਾਂਗਾ। विश्वासी जे बाइबल पढ़ी होवे वो कभी मुखालफत नहीं करेगा, नहीं पाप नहीं करना यार। इधे लिखा मैं कभी भी अपने स्वामी ते हाथ नहीं चलाऊंगा। और फिर ਕਿਉਂ ਜੋ ਉਹ ਯਹੋਵਾ ਦਾ ਮਸਾ ਕੀਤਾ ਹੋਇਆ वो ਹੈ। परमेश्वर का अभिषेक जानना। हाँ हे ਮੇਰੇ ਪਿਤਾ हे मेरे पिता ਵੇਖ, देख, ਹਾਂ ਇਹ ਵੀ ਵੇਖ, ये भी देख, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ। ये इधर ਦੀਆਂ ਗੱਲਾਂ ਕਰ ਰਿਹਾ। देख तेरी चादर ਦਾ ਪੱਲਾ ਮੇਰੇ ਹੱਥ ਵਿੱਚ ਆ। देख ਜੇ मैं ਚਾਹੁੰਦਾ ਤੇ ਮੇਰੇ ਲੋਕ मैं ਤੈਨੂੰ ਬਰਛੀ ਨਾ ਪਰੋਸਾ ਦੇ, ਪਰ नहीं हो सकता कभी भी। ਜਿਹਦੇ ਉੱਤੇ ਅਭਿਸ਼ੇਕ ਆ ਪਵਿੱਤਰ ਆਤਮਾ ਦਾ, ਪਰੋਂਦਾ ਨਹੀਂ, ਛਡਾਉਂਦਾ ਹੈ। ਪਰੋਏਗਾ ਨਹੀਂ ਕਦੀ, ਉਹ ਛਡਾਏਗਾ ਕਿਸੇ ਨੂੰ। ਇਹਨੇ ਛੁਡਾਇਆ ਆਪਣੇ ਲੋਕਾਂ ਤੋਂ, ਕਹਿੰਦਾ ਨਹੀਂ ਮਾਰਨਾ ਨਹੀਂ, ਇਹ ਮਸਾ ਕੀਤਾ ਹੋਇਆ। ਔਰ ਫਿਰ ਕੀ ਲਿਖਿਆ ਮੈਂ ਜੋ ਤੇਰੀ ਚੱਦਰ ਦਾ ਪੱਲਾ ਕੱਟ ਲਿਆ, ਮੈਂ ਤੇਰੀ ਚਾਦਰ ਦਾ ਪੱਲਾ ਕੱਟ ਲਿਆ, ਪਰ ਤੈਨੂੰ ਨਾ ਮਾਰਿਆ। ਪਰ ਤੈਨੂੰ ਮਾਰਿਆ ਨਹੀਂ। ਔਰ ਫਿਰ ਸੋ ਹੁਣ ਤੂੰ ਇੱਥੋਂ ਹੀ ਲੱਭ ਅਤੇ ਵੇਖ, ਜੋ ਨਾ ਮੇਰੇ ਹੱਥ ਵਿੱਚ ਖੋਟ ਹੈ। ਇੱਥੋਂ ਹੀ ਤੂੰ ਚੈੱਕ ਕਰ। ਪਾਸ਼ਾ ਸ਼ਾਉਲ ਨੂੰ ਕਹਿ ਰਿਹਾ ਦਾਊਦ, ਮੇਰੇ ਮਨ 'ਚ ਕੋਈ ਖੋਟ ਨਹੀਂ ਤੇਰੇ ਪ੍ਰਤੀ, ਜੇ ਹੁੰਦੀ ਤੇ ਮੈਂ ਤੈਨੂੰ ਮਾਰ ਸਕਦਾ ਸੀ ਖੁੰਦਰ ਵਿੱਚ। ਔਰ ਫਿਰ ਅਤੇ ਨਾ ਹੀ ਦੋਸ਼ ਹੈ, ਔਰ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ। ਮੈਂ ਤੇਰਾ ਕੋਈ ਪਾਪ ਨਹੀਂ ਕੀਤਾ। ਪਾਪ ਕੀ ਆ ਕਿ ਸਿਰਫ ਇਹ ਗਾਣਾ ਗਾਤਾ, ਉਹਨੇ ਹਜ਼ਾਰਾਂ ਨੂੰ ਤੇ ਮੈਂ ਲੱਖਾਂ ਨੂੰ ਮਾਰਿਆ ਨਾ। ਇੰਨੇ ਤੇਰੇ ਅੰਦਰ ਜਲਸੀ ਆ ਗਈ। ਇਹੀ ਮੇਰਾ ਪਾਪ ਆ ਕਿ ਖੁਦਾ ਨੇ ਮੈਨੂੰ ਫਤਹ ਦਿੱਤੀ, ਮੈਨੂੰ ਭੇਜਿਆ ਵੀ ਤਾਂ ਤੁਸੀਂ ਸੀ। ਤੁਹਾਨੂੰ ਪਤਾ ਕੀ ਹੋਇਆ? ਜਿਲੇ ਦੀਆਂ ਗੱਲਾਂ ਸੁਣੀਆਂ ਉਹਦਾ ਦਿਲ ਟੁੱਟ ਗਿਆ। ਪੜ੍ਹੀਏ ਕੀ ਲਿਖਿਆ ਤਾਂ ਵੀ ਤੂੰ ਮੇਰੀ ਜਿੰਦ ਦੇ ਲੈਣ ਨੂੰ ਸ਼ਹਿ ਵਿੱਚ ਲੱਗਾ ਰਹਿੰਦਾ ਹੈ। ਤਾਂ ਵੀ ਸ਼ਾਉਲ ਨੂੰ ਕਿਹਾ ਕਿ ਤੂੰ ਮੇਰੀ ਮੌਤ ਕਰਨ ਵਿੱਚ ਢਿੱਲ ਨਹੀਂ ਕਰਦਾ, ਮੈਨੂੰ ਮਾਰਨ ਲਈ, ਮੈਨੂੰ ਮਾਰਨ ਲੱਗਾ ਰਹਿਣਾ, ਸ਼ਹਿ 'ਚ ਲੱਗਾ ਰਹਿਣਾ। ਔਰ ਫਿਰ ਮੇਰਾ ਤੇਰਾ ਨਿਆਂ ਯਹੋਵਾ ਕਰੇ, ਮੈਂ ਨਹੀਂ ਤੈਨੂੰ ਕੁਛ ਕਹਿਣਾ, ਤੇਰਾ ਮੇਰਾ ਨਿਆਂ ਪਰਮੇਸ਼ਰ ਹੀ ਕਰੇਗਾ। ਔਰ ਫਿਰ ਅਤੇ ਯਹੋਵਾ ਤੇਥੋਂ ਬਦਲਾ ਲਵੇ, ਪਰਮੇਸ਼ਰ ਤੇ ਤੋਂ ਬਦਲ ਲਵੇ, ਮੈਂ ਨਹੀਂ। ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ। ਔਰ ਜਿਵੇਂ ਪੁਰਾਣਿਆਂ ਦੀ ਅਖਾਉਤ ਵਿੱਚ ਲਿਖਿਆ ਹੋਇਆ ਹੈ, ਹਾਂ, ਤੇ ਬੁਰਿਆਂ ਤੋਂ ਬੁਰਾਈ ਹੀ ਹੁੰਦੀ ਹੈ। ਜੋ ਕੁਛ ਮਨੁੱਖੇ ਤੇਰੇ ਅੰਦਰ ਭਰਿਆ 15 ਅਧਿਆਇ 'ਚ ਲਿਖਿਆ ਮਤੀ ਸੋਈ ਬਾਹਰ ਆਵੇਗਾ। ਬੁਰੇ ਆਦਮੀ ਤੋਂ ਹਮੇਸ਼ਾ ਬੁਰਾਈ ਨਿਕਲੇਗੀ, ਚਾਹੇ ਉਹ 10 ਸਾਲ ਦਾ ਪੁਰਾਣਾ ਬਲੀਵਰ ਹੋਵੇ, ਚਾਹੇ 20 ਸਾਲ ਦਾ, ਚਾਹੇ 25 ਦਾ, ਚਾਹੇ 30 ਦਾ। ਉਹਦੇ ਅੰਦਰ ਜੇ ਬੁਰਾਈ ਹੈਗੀ ਤਾਂ ਉਹ ਕਰਨ ਤੋਂ ਰੋਕ ਹੀ ਨਹੀਂ ਸਕਦਾ। ਇਹ ਯਰਮੀਆ ਨੇ ਵੀ ਕਹੀ, ਜਿਹਨੇ ਬੁਰਾਈ ਸਿੱਖੀ ਉਹ ਕਦੀ ਭਲਾਈ ਕਰ ਹੀ ਨਹੀਂ ਸਕੇਗਾ, ਉਹ ਕਰ ਹੀ ਨਹੀਂ ਸਕੇਗਾ, ਕਿਉਂਕਿ ਉਹ ਆਦਤ ਉਹਦੀ ਬਣ ਗਈ ਹੈ, ਨਹੀਂ ਕਰ ਸਕਦਾ। ਉਹਦਾ ਪਰਮੇਸ਼ਰ ਨਾਲ ਵੀ ਕੋਈ ਹਿੱਸਾ ਨਹੀਂ ਹੋਣਾ। ਬਾਅਦ 'ਚ ਲਿਖਿਆ ਮਨੁੱਖ ਜੋ ਕੁਝ ਤੇਰੇ ਅੰਦਰ ਆ ਉਹ ਬਾਹਰ ਆਏਗਾ। ਪਤਾ ਲੱਗ ਜਾਂਦਾ ਅੰਦਰ ਕੀ ਹੈ, 1 ਮਿੰਟ 'ਚ ਪਛਾਣ ਹੋ ਜਾਂਦਾ। 1 ਮਿੰਟ 'ਚ ਉਹਦੀ ਤਸਵੀਰ ਬਾਹਰ ਆਏਗੀ, ਉਹਦੇ ਅੰਦਰ ਕੀ ਹੈ। ਔਰ ਕੀ ਲਿਖਿਆ ਪੜ੍ਹੀਏ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ। ਮੇਰਾ ਹੱਥ ਤੇਰੇ ਤੇ ਨਹੀਂ ਚੱਲੇਗਾ। ਇਸਰਾਇਲ ਦਾ ਪਾਤਸ਼ਾਹ ਇਸਰਾਇਲ ਦਾ ਪਾਤਸ਼ਾਹ ਕਿਹਦੇ ਮਗਰ ਨਿਕਲਿਆ ਹੈ? ਆਪਣੇ ਆਪ ਨੂੰ ਇੰਨਾ ਹੰਬਲ ਕੀਤਾ। ਦੇਖੇ ਪਵਿੱਤਰ ਆਤਮਾ ਪਾਇਆ ਹੋਇਆ, ਖੁਦਾ ਦੀ ਉਪਸਥਿਤੀ ਨਾਲ ਭਰਿਆ ਹੋਇਆ ਦਾਊਦ ਕੀ ਕਿੱਦਾਂ ਆਪਣੇ ਮਾਰਨ ਵਾਲੇ ਨੂੰ ਕਿਹਾ ਕਹਿੰਦਾ ਇਸਰਾਇਲ ਦਾ ਪਾਤਸ਼ਾਹ ਕਿਹਦੇ ਪਿੱਛੇ ਮਰਨ ਨੂੰ ਪਿਆ ਹੋਇਆ? ਅਤੇ ਤੂੰ ਕਿਹਦਾ ਪਿੱਛਾ ਕਰਨ ਲਈ ਆਇਆ ਕਿਹਦਾ ਹੈ? ਪਿੱਛਾ ਕਰ ਰਹੇ ਹੋ ਪਾਤਸ਼ਾਹ ਜੀ? ਭਲਾ ਮੋਏ ਹੋਏ ਕੁੱਤੇ ਦਾ, ਆਪਣੇ ਆਪ ਨੂੰ ਕੁੱਤਾ ਬਣਾ ਲਿਆ। ਕਹਿੰਦਾ ਮੈਂ ਕੁੱਤੇ ਦੇ ਸਮਾਨ, ਜਾਂ ਇੱਕ ਪਿੱਸੂ ਦਾ? ਇੱਕ ਪਿੱਸੂ ਦੇ ਸਮਾਨ। ਫਿਰ ਯਹੋਵਾ ਹੀ ਨਿਆਈ ਬਣੇ। ਜਿਹੜਾ ਕੁਛ ਹੁੰਦਾ, ਜਿਹਦੇ ਅੰਦਰ ਕੁਛ ਹੁੰਦਾ, ਉਹ ਕਦੀ ਨਹੀਂ ਕਹਿੰਦਾ ਮੈਂ ਕੁਛ ਹੈਗਾ, ਉਹ ਕਹਿੰਦਾ ਕੁਛ ਵੀ ਨਹੀਂ। ਇਹਦੇ ਅੰਦਰ ਪਰਮੇਸ਼ਰ ਦੀ ਕੁਵਤ ਆ, ਇਹਦੇ ਉੱਤੇ ਪਰਮੇਸ਼ਰ ਦਾ ਹੱਥ ਆ, ਤੇ ਪਵਿੱਤਰ ਆਤਮਾ ਠਹਿਰਿਆ ਹੋਇਆ। ਦੁਸ਼ਟ ਆਤਮਾ ਇਹਦੇ ਗੌਨਾਂ ਨਿਕਲ ਜਾਂਦੀਆਂ। ਜਿਲੇ ਇਹ ਹਲਕਾ ਜਿਹਾ ਸਾਜ਼ ਵਜਾਉਂਦਾ ਤੇ ਬਦਰੂਆਂ ਚਲਾ ਉੱਠਦੀ। ਇਹ ਦਾਊਦ ਉੱਤੇ ਅਭਿਸ਼ੇਕ ਆ। ਕਦੋਂ ਰਹੇਗਾ? ਅੰਦਰੋਂ ਨੰਬਰ ਆ ਬਿਲਕੁਲ ਦਿਲ ਦਾ
ਕਿੰਨਾ ਨਰਮ ਨੇ ਕਹਿੰਦਾ ਕੁੱਤੇ ਦਾ ਪਿੱਛਾ ਕਰ ਰਹੇ ਹੋ ਸਵਾਮੀ, ਇੱਕ ਪਿੱਸੂ ਦਾ ਪਿੱਛਾ ਕਰ ਰਹੇ ਹੋ। ਇਹ ਹੈ ਪਵਿੱਤਰ ਆਤਮਾ ਦੇ ਫਲ ਦੇ ਅੰਦਰ, ਪਵਿੱਤਰ ਆਤਮਾ ਦੇ ਫਲ। ਅਗਰ ਐਸੇ ਹਾਲਾਤ ਵਿੱਚ ਚੱਲੋਗੇ ਤੇ ਮਸਾ ਠਹਿਰੇਗਾ, ਨਹੀਂ ਤਾਂ ਆਏਗਾ ਵਾਪਸ ਚਲਾ ਜਾਏਗਾ। ਲੋਕ ਚਾਹੁੰਦੇ ਆ, ਸਿਰਫ ਚਾਹਤ ਆ, ਕਰਮ ਨਹੀਂ ਕਰਦੇ। ਇਹੋ ਜਿਹਾ ਸੁਭਾਅ ਰੱਖੋ, ਰੱਖ ਕੇ ਦੇਖੀਏ। ਫਿਰ ਮੈਨੂੰ ਪੁੱਛਿਓ ਕਿ ਅਸਾਂ ਬਹੁਤ ਲੰਬੇ ਸਮੇਂ ਤੋਂ ਫਿਰ ਦੇਖੀਏ ਉਹਦੀ ਹਜ਼ੂਰੀ ਆਉਂਦੀ ਕਿ ਨਹੀਂ ਤੇਰੇ ਉੱਤੇ। ਫਿਰ ਦੇਖੀਏ ਤੇਰੇ ਰੁਕੇ ਕਾਹਮ ਬਹਾਲ ਹੁੰਦੇ ਕਿ ਨਹੀਂ ਹੁੰਦੇ। ਇਹ ਅੱਜ ਇਹ ਆਪਣੇ ਦੁਸ਼ਮਣ ਨੂੰ ਕੀ ਕਹਿ ਰਿਹਾ, ਇੱਕ ਪਿੱਸੂ, ਇੱਕ ਕੁੱਤੇ ਦੇ ਪਿੱਛਾ ਕਰ ਰਹੇ ਹੋ, ਜਦ ਕਿ ਇਹ ਉਹਨਾਂ ਨੂੰ ਇੱਕ ਸੈਕਿੰਡ 'ਚ ਖਤਮ ਕਰ ਸਕਦਾ ਦੋ, ਪਰ ਨਹੀਂ। ਅੰਦਰ ਹੋਲੀ ਸਪਿਰਿਟ ਆ। ਹੋਲੀ ਸਪਿਰਿਟ ਦਾ ਸੁਭਾਅ ਕੀ ਆ? ਮਾਫ ਕਰਨਾ। ਹੋਲੀ ਸਪਿਰਿਟ ਦਾ ਸੁਭਾਅ ਕੀ ਆ? ਛੱਡ ਦੇਣਾ, ਬਾਰ-ਬਾਰ ਉਹ ਗੱਲਾਂ ਨਹੀਂ ਛੇੜਨੀਆਂ। ਸੁਲੇਮਾਨ ਕਹਿੰਦਾ ਜਿਹੜਾ ਬਾਰ-ਬਾਰ ਉਹ ਗੱਲ ਛੇੜਦਾ ਉਹ ਭਰਾਵਾਂ 'ਚ ਝਗੜਾ ਪੈਦਾ ਕਰਦਾ। ਉਧਰ ਹੋਲੀ ਸਪਿਰਿਟ ਨਹੀਂ ਉਹਦੇ ਅੰਦਰ। ਔਰ ਕੀ ਲਿਖਿਆ ਪੜ੍ਹੀਏ? ਫਿਰ ਯਹੋਵਾ ਹੀ ਨਿਆਈ ਬਣੇ, ਪਰਮੇਸ਼ਵਰ ਨਿਆਈ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ, ਮੇਰਾ ਤੇਰੇ ਵਿੱਚ ਨਿਸਤਾਰਾ ਕਰੇ, ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ, ਮੇਰੇ ਲੜਾਈ ਨੂੰ ਨਿਬੇੜੇ, ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ। ਮੈਨੂੰ ਤੇਰੇ ਹੱਥੋਂ ਸਵਾਮੀ ਛਡਾਵੇ। ਔਰ ਅਜਿਹਾ ਹੋਇਆ ਜਾਂ ਦਾਊਦ ਨੇ ਇਹ ਗੱਲਾਂ ਸ਼ਾਉਲ ਨੂੰ ਆਖ ਜਦ ਦਿੱਤੀਆਂ, ਦਾਊਦ ਨੇ ਸ਼ਾਉਲ ਨੂੰ ਇਹ ਗੱਲਾਂ ਆਖੀਆਂ ਤਾਂ ਸ਼ਾਉਲ ਬੋਲਿਆ, ਹੇ ਮੇਰੇ ਪੁੱਤਰ ਦਾਊਦ। ਦੇਖिए दुश्मन की आवाज़ तब्दील करती, अपने मारन वाले की आवाज़ तब्दील करती। ये पुत्र आत्मा के फल ने। कहता मेरे पुत्र, दाऊद ने कह रहा है मेरे बेटे, ये तेरी आवाज़ है, ये तेरी आवाज़ है। ਅਤੇ ਸ਼ਾਉਲ ਉੱਚੀ ਆਵਾਜ਼ ਕੱਢ ਕੇ ਰੋਇਆ। शाउल ਉਹਦਾ ਦਿਲ ਟੁੱਟ ਗਿਆ, ਮੈਂ ਕਿਦਾਂ ਕਰਦਾ ਦੇਣਾ, ਇਹ ਮੈਨੂੰ ਕਿਹੋ ਜਿਹਾ ਪਿਆਰ ਦਿਖਾਉਂਦਾ। ਲਿਖਿਆ ਉੱਚੀ ਆਵਾਜ਼ ਕੱਢ ਕੇ ਰੋਇਆ। ਔਰ ਫਿਰ ਤਾਂ ਉਸਨੇ ਦਾਊਦ ਨੂੰ ਆਖਿਆ, ਉਹਨੇ ਦਾਊਦ ਨੂੰ ਆਖਿਆ, ਤੂੰ ਮੈਥੋਂ ਵਧੇਕ ਧਰਮੀ ਹੈ। ਇਹ ਤਸਵੀਰ ਕਦੋਂ ਆਏਗੀ ਇੱਕ ਵਿਸ਼ਵਾਸੀ ਦੇ ਅੰਦਰ? ਇਹਦਾ ਨਹੀਂ ਮੈਨੂੰ ਪਤਾ। ਜਿਲੇ ਉਹ ਰਿਸੀਵ ਕਰੇਗਾ ਕਲਾਮ ਨੂੰ, ਇਹਦੇ ਮੁਤਾਬਕ ਫੈਸਲਾ ਕਰੇਗਾ, ਵਚਨ ਅੰਦਰ ਰੱਖੇਗਾ, ਫਿਰ ਤੈਨੂੰ ਕੋਈ ਕਹੇਗਾ ਨਹੀਂ ਯਾਰ ਤੂੰ ਮੈਨੂੰ ਜ਼ਿਆਦਾ ਧਰਮੀ। ਇਹ ਹਿਰਦਾ ਕਹਿੰਦਾ ਨਹੀਂ ਤੂੰ ਮੈਨੂੰ ਜ਼ਿਆਦਾ ਧਰਮੀ ਹੈ। ਫਿਰ ਉੱਚੀ ਆਵਾਜ਼ ਕੱਢ ਕੇ ਰੋਇਆ ਮਾਰਨ ਵਾਲਾ ਆਦਮੀ। ਔਰ ਫਿਰ ਕਿਉਂ ਜੋ ਮੈਂ ਤੇਰੇ ਨਾਲ ਬੁਰੀਆਈ ਕੀਤੀ, ਮੈਂ ਤੇਰੇ ਨਾਲ ਬੁਰਾਈ ਕੀਤੀ, ਪਰ ਤੂੰ ਉਹਦੇ ਵੱਟੇ ਮੇਰੇ ਨਾਲ ਭਲਾਈ ਕੀਤੀ ਤੂੰ ਹੈ। ਭਲਾਈ ਕੀਤੀ ਮੇਰੇ ਨਾਲ। ਮਸੀਹੀ ਜ਼ਿੰਦਗੀ ਨੂੰ ਤੁਸੀਂ ਕੀ ਸਮਝਦੇ ਹੋ? ਆ ਗਏ ਚਲੇ ਗਏ, ਗੀਤ ਗਾਲਤੇ, ਦੁਆ ਕਰ ਲਈ, ਕੋਈ ਬਦਰੂਆਂ ਨਿਕਲ ਗਈਆਂ, ਬਿਮਾਰ ਚੰਗੇ ਖੁਸ਼ ਹੋ ਗਏ, ਬੜਾ ਖੁਦਾ ਨੇ ਕੰਮ ਕੀਤਾ। ਇਹ ਅਸਲ 'ਚ ਇੰਨਾ ਕੰਮ ਨਹੀਂ। ਇਹ ਨੋਰਮਲ ਗੱਲਾਂ ਕਿਦਾ ਕੈਂਸਰ ਚੱਲ ਜਾਣਾ, ਗੁਰਦੇ ਠੀਕ ਹੋ ਜਾਣੇ, ਪਾਗਲਪਨ ਠੀਕ ਹੋ ਜਾਣਾ। ਮੈਂ ਬਹੁਤ ਚੰਗਾਈਆਂ ਦੇਖੀਆਂ ਆਪਣੀ ਲਾਈਫ ਦੇ, ਬਹੁਤ ਹੱਦ ਤੋਂ ਜਾਣ, ਪਰ ਉਹ ਰਹੇ ਨਹੀਂ, ਉਹ ਰਹੇ ਨਹੀਂ, ਨਾ ਰਹਿਣਗੇ। ਉਹੀ ਰਹਿਣੇ ਆ ਜਿਹੜੇ ਯਿਸੂ ਮਸੀਹ ਨਾਲ ਇੱਕ ਹੋ ਗਏ ਨੇ, ਉਹਦੇ ਵਚਨ ਇੱਕ ਹੋ ਗਏ ਨੇ। ਉਹਨਾਂ ਨੇ ਸੁਰ 'ਚ ਜਾਣਾ, ਉਹਨਾਂ ਨੇ ਜਾਣਾ। ਇਹ ਥੋੜ੍ਹੇ ਸੰਗਲ ਖੋਲ ਦਿੱਤੇ ਕਿਸੇ ਦੇ ਸੁਰ 'ਚ ਚਲਾ ਜਾਊਗਾ। ਸੰਗਲ ਖੁੱਲ੍ਹਣਾ ਸੁਰ 'ਚ ਨਹੀਂ ਜਾਣਾ। ਸੰਗਲ ਖੁੱਲ੍ਹ ਜਾਣਗੇ ਉਹ ਪਾਪ ਕਰੇਗਾ। ਫਿਰ ਜਾ ਕੇ ਸੰਗਲ ਬੰਨੇ ਹੀ ਚੰਗੇ ਸੀ, ਕਮ ਸੇ ਕਮ ਪਾਪ ਤੇ ਨਹੀਂ ਸੀ ਕਰਦਾ। ਕੈਂਸਰ ਵਾਲਾ ਵਿਅਕਤੀ ਮੰਜੇ ਤੇ ਪਿਆ ਸੀ, ਕਿੱਥੇ ਨਹੀਂ ਸੀ ਜਾਂਦਾ, ਇੱਕੋ ਸੋਚ ਸੀ ਕਿ ਮੈਂ ਪਤਾ ਨਹੀਂ ਚੱਲ ਜਾਣਾ। ਕੋਈ ਪਾਪ ਨਹੀਂ ਸੀ। ਉਹ ਕੈਂਸਰ 'ਚ ਹੀ ਮਰ ਜਾਂਦਾ ਤੇ ਚੰਗਾ ਸੀ। ਮਨ ਫਰਾ ਕੇ ਨਾ ਠੀਕ ਹੁੰਦਾ, ਕੈਂਸਰ 'ਚ ਮਰਦਾ, ਸੁਰ 'ਚ ਚਲਾ ਜਾਂਦਾ। ਜੇ ਕੈਂਸਰ ਠੀਕ ਹੋਣ ਤੋਂ ਬਾਅਦ ਉਹਨੇ ਪਾਪ ਵੀ ਕਰਨੇ ਤੇ ਬਿਮਾਰੀ ਚੰਗਾ ਸੀ। ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਵੀ ਕਹੀ। ਗੁੱਸੇ 'ਚ ਕਹੀ ਤੂੰ ਨਾ ਹੀ ਜੰਮਦਾ ਤੇ ਚੰਗਾ ਸੀ, ਇਹਦੇ ਨੂੰ ਚੰਗਾ। ਕਿਡਨੀਆਂ ਠੀਕ ਹੋ ਗਈਆਂ ਤੇ ਉਹਦਾ ਕੀ ਰਿਜ਼ਲਟ ਹੈ? ਕਿਡਨੀਆਂ ਠੀਕ ਹੋ ਗਈਆਂ, ਫਿਰ ਵੀ ਤੂੰ ਪਾਪ ਹੀ ਕਰ ਰਿਹਾ, ਤੂੰ ਨਰਚੇ ਜਾ ਰਿਹਾ ਹੈ। ਫਿਰ ਤੇਰੀ ਕਿੱਥੇ ਗਈ ਮਸੀਹਤ? ਮੈਂ ਕਹਿੰਦਾ ਯਿਸੂ ਮਸੀਹ ਨੇ ਜਿਹੜੀ ਗੱਲ ਕਹੀ ਮਤੀ ਇੰਜੀਲ 'ਚ, ਦੋ ਅੱਖਾਂ, ਲੰਗੜਾਪਨ, ਬਾਈਬਲ 'ਚ ਲਿਖਿਆ ਤੇਰੇ ਪੈਰ ਠੀਕ ਹੈ ਨਾ, ਲਿਖਿਆ ਤੇਰੀ ਜ਼ੁਬਾਨ, ਸਾਰੀਆਂ ਗੱਲਾਂ ਯਿਸੂ ਮਸੀਹ ਨੇ ਕਹੀਆਂ। ਇਹ ਗੱਲ ਮਤੀ ਇੰਜੀਲ 'ਚ ਕਹਿੰਦਾ ਤੂੰ ਦੋ ਹੱਥ ਰੱਖਦੇ, ਦੋ ਅੱਖਾਂ ਰੱਖਦੇ ਹੋਏ ਨਰਚੇ ਚਲਾ ਜਾਵੇਂ, ਕੀ ਫਾਇਦਾ? ਇਹਨੂੰ ਕਾਣਾ ਹੋ ਕੇ ਸੁਰ 'ਚ ਚਲਾ ਜਾ, ਇਹ ਬਿਹਤਰ ਆ ਤੇਰੇ। ਅੰਨਾ ਹੋ ਕੇ ਤੂੰ ਸੁਰ 'ਚ ਚਲ ਜਾ ਕਬੂਲ ਕਰਕੇ, ਤੇਰੇ ਲਈ ਉਹ ਤੇਰੇ ਲਈ ਵਧੀਆ ਹੋਊਗਾ। स्वर्ग तक कम से कम जाएगा। मेरे भैन भराओ, बहुत मुश्किल आ लोगों के अंदर ये गल्लां उतरनियां, पर किहदे अंदर उतरदियां है गल्लां? जिहड़ा यीशु से ना एक हो जाता। लंगड़ा होके तू चला जा सुराजे विच, यीशु से ने कहना किहो जी मसीहत आ साडी, असीं कित्थे चलदे पए आ।
ਇਹਨੂੰ ਹੁਣ ਧਿਆਨ ਦਈਏ। ਬਾਈਬਲ ਕੀ ਕਹਿੰਦੀ, ਇਹਨੇ ਇਹਦੇ ਤੇ ਮੱਸਾ ਵੀ ਠਹਿਰਿਆ ਸੀ ਸ਼ਾਲ ਤੇ, ਪਰ ਚਲਾ ਗਿਆ। ਦਾਊਦ ਤੇ ਠਹਿਰਿਆ ਪਰ ਆਵਾਜ਼ ਉਹਦੀ ਨੇ ਕਰਲਾ ਦਿੱਤਾ ਸ਼ਾਲ ਨੂੰ। ਰੋ ਪਿਆ ਸ਼ਾਲ, ਕਹਿੰਦਾ ਤੂੰ ਦਾਊਦ ਆ। ਇੱਕ ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ, ਉਹਦਾ ਸਿਸਟਮ ਵੀ ਕੁਛ ਹੋਰ ਹੁੰਦਾ। ਇੱਕ ਮਿੰਟ 'ਚ ਪਛਾਣਿਆ ਜਾਂਦਾ ਕਿ ਇਹ ਚਰਚ ਜਾਂਦਾ ਹੈ। ਇਹਦੇ ਲਿਖਿਆ। ਔਰ ਕੀ ਲਿਖਿਆ ਪੜ੍ਹੀਏ। ਅਤੇ ਅੱਜ ਤੂੰ ਜਣਾਇਆ ਹਾਂ, ਜੋ ਤੂੰ ਮੇਰੇ ਨਾਲ ਭਲਾਈ ਕੀਤੀ, ਕਿਉਂ ਜੋ ਯਹੋਵਾ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ, ਪਰ ਤੂੰ ਮੈਨੂੰ ਨਾ ਮਾਰਿਆ। ਇੰਨਾ ਗਿਰ ਗਿਆ, ਕਹਿੰਦਾ ਸੱਚੀ ਗੱਲ ਆ, ਤੈਨੂੰ ਖੁਦਾ ਨੇ ਕਰਤਾ ਸੀ ਮੈਨੂੰ ਤੇਰੇ ਹਵਾਲੇ, ਪਰ ਤੂੰ ਮੈਨੂੰ ਮਾਰਿਆ, ਮੈਨੂੰ ਜ਼ਿਆਦਾ ਧਰਮੀ ਆ। ਔਰ ਫਿਰ ਜੇ ਕਦੀ ਕੋਈ ਮਨੁੱਖ ਤਾਂ ਆਪਣੇ ਵੈਰੀ ਨੂੰ ਟੱਕਰ ਜਾਵੇ, ਕਦੀ ਕੋਈ ਮਨੁੱਖ ਦਾ ਵੈਰੀ ਟੱਕਰ ਜਾਵੇ ਤਾਂ ਭਲਾ ਉਹ ਉਹਨੂੰ ਸੁੱਖ ਸਾਧਨਾ ਛੱਡ ਦਿੰਦਾ ਹੈ? ਕਦੀ ਵੀ ਨਹੀਂ। ਪੌਲਸ ਰਸੂਲ ਨੇ ਵੀ ਪੱਤਰੀ 'ਚ ਗੱਲ ਲਿਖੀ ਕਿ ਤੁਹਾਡੇ ਨਾਲ ਕੋਈ ਤੁਸੀਂ ਕਿਸੇ ਨਾਲ ਭਲਾਈ ਕਰੋ ਤੇ ਕੀ ਤੁਹਾਡੇ ਨਾਲ ਬੁਰਾਈ ਕਰੇਗਾ। ਇਹ ਲਿਖੀ ਪੌਲਸ ਰਸੂਲ ਨੇ ਪੱਤਰੀ ਕਲੀਸਿਆ ਨੂੰ। ਕਹਿੰਦਾ ਨਹੀਂ, ਤੇਰੀ ਭਲਾਈ ਫਲ ਲੈ ਕੇ ਆਏਗੀ। ਫਿਰ ਸੁਲੇਮਾਨ ਕਹੂ ਤਾਂ 15 ਅਧਿਆਇ 'ਚ ਵੀ ਗੱਲ ਲਿਖੀ ਆ। ਕਹਿੰਦਾ ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ। ਇਹਦੀ ਇੱਦਾਂ ਦੀ ਭਾਸ਼ਾ ਸੀ। ਇਹਨੇ ਨਰਮਾਈ ਨਾਲ ਗੱਲਾਂ ਕੀਤੀਆਂ। ਇੱਕ ਕੁੱਤੇ ਦੇ ਪਿੱਛੇ, ਇੱਕ ਪਿੱਸੂ ਦੇ ਪਿੱਛੇ ਆਏ ਹੋ। ਸ਼ਾਲ ਨੂੰ ਕਹਿੰਦਾ, ਇਹ ਗੱਲਾਂ ਸੁਣ ਕੇ ਉਹਦਾ ਦਿਲ ਪਿਘਲ ਗਿਆ। ਉਹਨੇ ਆਪਣੇ ਦੁਸ਼ਮਣ ਦਾ ਦਿਲ ਜਿੱਤ ਲਿਆ। ਅਸੀਂ ਕਿਹਦਾ ਦਿਲ ਜਿੱਤਿਆ? ਅਸੀਂ ਨਹੀਂ ਜਿੱਤਿਆ ਕਦੇ। ਅਸੀਂ ਜਿੱਤਣ ਦੀ ਬਜਾਏ ਆਪ ਹੀ ਹਾਰ ਗਏ। ਫਿਰ ਇਹਨੇ ਗੱਲ ਕਹੀ, ਕਹਿੰਦਾ ਇੱਕ ਕੰਮ ਕਰੀ, ਠੀਕ ਆ ਤੂੰ ਬਹੁਤ ਅੱਛਾ ਵਿਅਕਤੀ, ਰਾਜ ਹੁਣ ਤੇਰਾ ਹੀ ਆ ਮੇਰੇ ਤੋਂ ਬਾਅਦ। ਜਿਸ ਆਦਮੀ ਨੇ ਪ੍ਰਭੂ ਦੇ ਵਿੱਚ ਰਾਜ ਕਰਨਾ, ਸੇਵਾ ਕਰਨੀ, ਜਿਹਨੇ ਹੀਲਿੰਗ ਕਰਨੀ, ਜਿਹਨੇ ਭਵਿਸ਼ਵਾਣੀ ਕਰਨਾ ਚਾਹੁੰਦਾ, ਜਿਹੜਾ ਅਸਮਾਨ ਤੋਂ ਦਰਸ਼ਨ ਦੇਖਣਾ ਚਾਹੁੰਦਾ, ਹਾਂਜੀ, ਤੁਸੀਂ ਖੁਦਾ ਦੇ ਕੰਮ ਨੂੰ, ਜਿਹੜੇ ਵਰਦਾਨ ਆ 9 ਦਿਨ ਉਹਨੇ ਇਸਤੇਮਾਲ ਕੀਤੇ ਜਾ ਸਕਦੇ ਹੋ ਵਿਸ਼ਵਾਸੀ ਲੋਕੋ, ਉਹ ਤੁਹਾਡੇ ਲਈ ਆ। ਪਰ ਕੋਈ ਦਾਊਦ ਵਾਂਗੂ ਬਣ ਕੇ ਦਿਖਾਵੇ, ਆ ਜਾਣਗੇ। ਕਿਉਂਕਿ ਜਿਹੜੇ ਪਵਿੱਤਰ ਆਤਮਾ ਦੇ ਵਰਦਾਨ ਆ, ਪਹਿਲਾਂ ਫਾਲਿਆ ਪੁੱਤਰ ਆਤਮਾ ਦੇ ਜਿਹੜੇ ਗਲਤੀਆਂ 5 ਬਾਈ ਚਲ ਗਏ, ਉਸ ਤੋਂ ਬਾਅਦ ਵਰਦਾਨ ਆਉਣਗੇ। ਤੁਸੀਂ ਆਪਣੇ ਮਸਲੇ ਆਪਣੇ ਹੀ ਨਹੀਂ, ਤੁਸੀਂ ਕਈਆਂ ਦੇ ਮਸਲੇ ਸੋਲਵ ਕਰ ਸਕਦੇ ਹੋ, ਤੁਹਾਡੇ ਉੱਤੇ ਨਿਰਭਰ ਆ, ਪਰ ਨਹੀਂ ਹੋ ਰਹੇ। ਪਤਾ ਕਿਉਂ? ਨਾ ਮੈਂ ਬਦਲਾਂ, ਨਾ ਮੇਰਾ ਮਸਲਾ ਸੋਲਵ, ਨਾ ਕਿਸੇ ਦਾ ਕਰ ਸਕਾਂ। ਮੇਰੀ ਮਸੀਹ ਵਿੱਚ ਬੇਨਤੀ ਆ, ਇਸ ਕਰੈਕਟਰ ਨੂੰ ਦੇਖੀਏ, ਫੋਟੋ ਦੇਖੀਏ ਦੀ ਕਿ ਕਿੰਨੀ ਨਰਮ ਸੁਭਾਅ ਦਾ ਆਦਮੀ, ਆਪਣੇ ਦੁਸ਼ਮਣ ਨਾਲ ਕਿੱਦਾਂ ਦੀਆਂ ਗੱਲਾਂ ਕੀਤੀਆਂ। ਮੇਰੇ ਭੈਣ ਭਰਾਓ, ਆਪਣੇ ਆਪ ਨੂੰ ਜਾਂਚਣਾ ਬਹੁਤ ਜ਼ਰੂਰੀ ਆ ਕਿ ਮੈਂ ਮਸੀਹ ਵਿੱਚ ਹੈਗਾ ਕਿ ਨਹੀਂ। ਪੌਲਸ ਨੇ ਵੀ ਗੱਲ ਕਹੀ, ਕਰੰਥੀਆਂ ਦੇ ਖੱਤ ਵਿੱਚ ਗੱਲ ਕਹੀ, ਆਪਣੀ ਜਾਂਚ ਕਰੋ ਕਿ ਤੁਸੀਂ ਮਸੀਹ ਵਿੱਚ ਹੈਗੇ ਵੀ ਕਿ ਨਹੀਂ। ਜਿਹੜਾ ਮਸੀਹ ਵਿੱਚ ਸੋਚਦਾ ਨਾ ਅਸੀਂ ਮਸੀਹ ਵਿੱਚ ਆ, ਉਹ ਦਾਊਦ ਨੂੰ ਚੇਤੇ ਰੱਖੇ ਕਿ ਉਹਨੇ ਆਪਣੇ ਦੁਸ਼ਮਣ ਨਾਲ ਕਿੱਦਾਂ ਦਾ ਰਸਤਾ ਰੱਖਿਆ। ਤੇ ਤੁਹਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਦੁਸ਼ਮਣਾਂ ਨੂੰ ਕਰੂਸ ਦੇ ਉੱਤੇ ਕਿਵੇਂ क्षमा ਕੀਤਾ, ਕਿਵੇਂ ਖਿਮਾ ਕੀਤਾ। ਇਹੀ ਮਸੀਹਤ ਤਾਂ ਜਾ ਕੇ ਤੁਸੀਂ ਆਪਣੀਆਂ ਰੂਬਰੂ ਅੱਖਾਂ ਨਾਲ ਦਰਸ਼ਨ ਪਾ ਸਕਦੇ ਆ, ਵਰਨਾ ਸਿਰਫ ਦਵਾਈ ਰਹੇਗੀ, ਦਰਸ਼ਨ ਨਹੀਂ ਆਏਗਾ, ਨਬੂਵਤ ਨਹੀਂ ਆਏਗੀ, ਕਦੀ ਨਹੀਂ ਆਏਗੀ, ਕਦੀ ਨਵਾਦ ਆ ਹੀ ਨਹੀਂ ਸਕਦਾ, ਕਦੀ ਹੀਲਿੰਗ ਨਹੀਂ ਹੋਣੀ ਤੁਹਾਡੇ ਦੌਰਾਨ, ਕੋਈ ਪ੍ਰਕਾਸ਼ਨ ਰੋਇਆ ਕੋਈ ਨਹੀਂ ਆਏਗਾ ਤੁਹਾਨੂੰ। ਸਿਰਫ ਸੰਡੇ ਆਓਗੇ ਤੇ ਸੰਡੇ ਚਲੇ ਜਾਓਗੇ। ਯਿਸੂ ਮਸੀਹ ਨੇ ਗੱਲ ਕਹੀ, ਕਹਿੰਦਾ ਤੁਸੀਂ ਜਾ ਕੇ ਚੇਲੇ ਬਣੋ। ਪਾਸਟਰ ਲੋਕਾਂ ਨੂੰ ਕਿਹਾ, ਜਾ ਕੇ ਰਸੂਲਾਂ ਨੂੰ ਕਿਹਾ, ਤੁਸੀਂ ਪ੍ਰਚਾਰ ਕਰੋ, ਕੌਮਾਂ ਨੂੰ ਚੇਲੇ ਬਣਾਓ, ਚੇਲੇ। ਮੈਂ ਇੱਕ ਗੱਲ ਸੱਚ ਤੁਹਾਨੂੰ ਮੈਨੂੰ ਕਿਹਨਾਂ ਨੇ ਕਿਹਾ, ਕਹਿੰਦੇ ਉਹ ਤੁਹਾਡਾ ਚੇਲਾ ਮਿਲਿਆ ਸੀ। ਮੈਂ ਕਿਹਾ ਜੀ ਮੇਰਾ ਅੱਜ ਤੱਕ ਕੋਈ ਚੇਲਾ ਨਹੀਂ। ਕਹਿੰਦੇ ਨਹੀਂ ਨਹੀਂ, ਉਹ ਤੁਹਾਡਾ ਚੇਲਾ ਹੀ ਆ। ਮੈਂ ਕਿਹਾ ਹਾਂਜੀ ਹੈਗਾ ਹੋਊਗਾ, ਪਰ ਮੇਰਾ ਚੇਲਾ ਨਹੀਂ ਆ। ਮੈਂ ਯਿਸੂ ਦੇ ਚੇਲੇ ਬਣਾਉਣਾ, ਆਪਣੇ ਨਹੀਂ। ਮੇਰਾ ਕੋਈ ਚੇਲਾ ਨਹੀਂ। ਮੈਂ ਯਿਸੂ ਮਸੀਹ ਦੇ ਚੇਲੇ ਬਣਾ ਸਕਦਾ, ਉਹਨੂੰ ਕਲਾਮ ਸਿਖਾਊਂਗਾ। ਫਿਰ ਜਿਹੜਾ ਯਿਸੂ ਮਸੀਹ ਵਰਗਾ ਬਣੇਗਾ, ਚੇਲਾ ਬਣੇਗਾ, ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਉਹ ਜੋ ਕੰਮ ਮੈਂ ਕਰਦਾ ਉਹੀ ਕਰੇਗਾ। ਚੇਲਾ ਬਣੇ ਤਾਂ ਸਹੀ। ਵਿਸ਼ਵਾਸੀ ਲਈ ਪਰਮੇਸ਼ਰ ਦੇ ਇੱਕ ਮਹਾਨ ਟੀਚਰ ਨੇ, ਸੈਮ ਟੇਲਰ ਨੇ, ਬੰਗਲੌਰ ਨੇ, ਇਹ ਗੱਲ ਕਿ ਵਿਸ਼ਵਾਸੀ ਇੱਕ ਸੈਕਿੰਡ 'ਚ ਬਣ ਜਾਂਦਾ। ਚਮਤਕਾਰ करो, उनका विश्वास करना, हीलिंग हुई, वो विश्वासी बन गया, गवाही दे रहे।
जे चेला बनना, चेले की जिहड़ी सिस्टम आ वो सेम दाऊद आ, इहदे वांगू रहना पेगा, इहदा चलना पेगा, अपने परमेश्वर के तुल्य यीशु मसीह वांगू रहना पेगा, उन्होंने तो चलना पेगा धरती ते रह के। ते चेले बनने वास्ते बहुत गल्लां बर्दाश्त भी करनी पैणियां। उदां ही कही जाते कोई चमत्कार हो जाता तो पादरी साहब मंच ते कहते हैं कि प्रभु यीशु मसीह ने कहा जिहड़े काम मैं कीते वो तुसीं भी करोगे। तो कलीसिया पिछों कहती हाँ जी हालेलुया। वो चिल्ला के कहते हैं, लोग भी कहते हैं चेले बनोगे, चेले बाइबल च लिखा ना चेले बनोगे। यसू से अपने चेलियां नूं कहा, विश्वासियां नूं नहीं मैनूं पता, चेलियां नूं कहा। चेले दा मतलब आ कि सब कुछ त्याग देना। जे सब कुछ त्याग के पिछे आओगे फिर तुसी मेरे चेले कहलाओगे। त्यागना। दाऊद राजा बन गया, दाऊद का सुभाव अपने परमेश्वर के प्रति एक जा रहा। सारी जिंदगी दाऊद उदां दा रहा जिदां दा खुदा से। एक उन्हें गलती की, पाप हो गया, उहदे लई बाइबल कहती रो रो के पश्चाताप किया, आंसुआं नाल बहुत रोया, बेहद रोया। लिखा इन्ना रोया कि रात नूं दा सराणा भी भेज जाता सी। तभी उन्हें जबूर गाया ना, क्यों गाया ना जबूर? चंगी तरह तो दे मेरी कर सफाई, मैनू कर तू पाकिसा, मैनू कर तू पाकिसा, बख्श दे सब बुरिया, बख्श दे सब बुरिया। वांग फजल रहम कर, वांग फजल रहम कर, तू यूं उते मेरे, तू यूं उते मेरे। क्यों जो सब पूरे हालेलुया। क्यों जो सब पूरे आई, हालेलुया। मेरा जो गुनाह Praise the Lord. आए खुदा मैं तेरा
चली नाल रब गुनाह सब मेरे बख्श गुनाह सब मेरे। ਅੱਖਾਂ ਬੰਦ ਕਰਾਂਗੇ ਤੇ ਦੁਆ ਕਰਾਂਗੇ। ਜੇ ਤੁਸੀਂ ਤੁਹਾਨੂੰ ਸਹੀ ਪਰਮੇਸ਼ਵਰ ਨੇ ਆਪਣੇ ਵਚਨ ਨਾਲ ਤੁਹਾਡੇ ਨਾਲ ਗੱਲ ਕੀਤੀ ਆ ਕਿ ਖੁਦਾ ਐਸੇ ਆਦਮੀਆਂ ਨੂੰ ਲਾਈਕ ਕਰਦਾ ਜਿਹੜੇ ਆਪਣੇ ਸਤਾਉਣ ਵਾਲਿਆਂ ਨੂੰ ਤੇ ਮਾਰਨ ਵਾਲਿਆਂ ਨੂੰ ਖਿਮਾ ਕਰਦੇ ਹਨ। ਹੈ ਔਖਾ ਆ ਕਿ ਤੁਹਾਡੇ ਮੂੰਹ ਤੇ ਕੋਈ ਥੱਪੜ ਮਾਰੇ ਤੇ ਤੁਸੀਂ ਉਹਨੂੰ ਕਹੋਗੇ ਜਾ ਤੈਨੂੰ ਮਾਫ ਕੀਤਾ। ਔਖੀ ਗੱਲ ਹੈ, ਤਾਂ ਪ੍ਰੋਬਲਮ ਆ। ਪਰ ਮੇਰੇ ਭੈਣ ਭਰਾਓ, ਜੇ ਪ੍ਰੋਬਲਮ ਹਟ ਜਾਏ, ਨਿਕਲ ਜਾਏ, ਤੇ 9 ਵਰਦਾਨ ਤੇਰੇ ਲਈ ਖੜੇ ਆ। ਜੇ ਪ੍ਰੋਬਲਮ ਹਟ ਜਾਏ, ਇਹ ਸਿਸਟਮ ਹਟ ਜਾਏ ਮੇਰੇ ਅੰਦਰੋਂ, ਇਹ ਜਿਹੜੀ ਸਿਸਟਮ ਹਟ ਜਾਏ ਮੇਰੇ ਅੰਦਰੋਂ, ਕਿਤੇ ਆਕਾਸ਼ ਖੁੱਲੇਗਾ ਤੇਰੇ ਲਈ। ਆਕਾਸ਼ ਇਸੇ ਕਰਕੇ ਬੰਦਾ, ਇਸੇ ਕਰਕੇ ਬੰਦਾ। ਐਵੇਂ ਥੋੜੀ ਲਿਖਾ ਜੇ ਮੇਰੀ ਪ੍ਰਜਾ ਦੀਨ ਹੋ ਕੇ, ਦੀਨ ਦਾ ਮਤਲਬ ਕਿ ਦਾਊਦ ਵਾਂਗੂ ਨਰਮ ਹੋ ਕੇ ਕਹੇ ਪਾਤਸ਼ਾਹ ਸਾਹਿਬ ਸ਼ਾਉਲ ਜੀ ਇੱਕ ਕੁੱਤੇ ਤੇ ਪਿੱਸੂ ਦੇ ਮਗਰ ਕਿਉਂ ਪਏ ਹੋਏ ਹੋ? ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਕੁੱਤੇ ਦੇ ਸਮਾਨ ਹਾਂ। ਇਦਾਂ ਉਹਦੇ ਦਿਲ ਦੀਆਂ ਸ਼ਬਦਾਂ ਨੇ ਸ਼ਾਉਲ ਦੇ ਦਿਲ ਨੂੰ ਪਗਲਾ ਕਰਾਤਾ। ਬਾਈਬਲ ਕਹਿੰਦੀ ਸ਼ਾਉਲ ਰੋ ਪਿਆ, ਸ਼ਾਉਲ ਚਲਾ ਉੱਠਿਆ। ਉਸ ਵਕਤ ਕਹਿੰਦਾ ਤੂੰ ਮੇਰੇ ਨਾਲ ਵਧੀਕ ਧਰਮੀ, ਮਰ ਜਾਓਗੇ, ਚਿੱਟੇ ਬਾਲ ਆ ਜਾਣਗੇ, ਇੱਕ ਵੀ ਵਰਦਾਨ ਤੇਰੇ ਤੇ ਨਹੀਂ ਉਤਰੇਗਾ ਜੇ ਤੂੰ ਆਪਣੇ ਆਪ ਨੂੰ ਅੱਜ ਵੀ ਚੇਂਜ ਨਾ ਕੀਤਾ। ਬਿਨਾ ਉਹਦੇ ਆਸ਼ੀਸ਼ ਤੋਂ ਮਰੋਗੇ। ਜਿਸਮਾਨੀ ਆਸ਼ੀਸ਼ ਨਹੀਂ ਮੈਂ ਗੱਲ ਨਹੀਂ ਕਰ ਰਿਹਾ, ਮੈਂ ਰੂਹਾਨੀ ਆਸ਼ੀਸ਼ ਦੀ ਗੱਲ ਕਰ ਰਿਹਾ, ਆਤਮਿਕ ਦਾਤਾਂ ਦੀ। ਜਿਸਮਾਨੀ ਤਾਂ ਲੋਕਾਂ ਕੋ ਹਜ਼ਾਰਾਂ ਚੀਜ਼ਾਂ ਸੰਸਾਰ 'ਚ ਬਹੁਤ ਅਮੀਰ ਲੋਕ ਹਨ, ਪਰ ਉਹਨਾਂ ਤੇ ਪਵਿੱਤਰ ਆਤਮਾ ਨਹੀਂ ਹੈ। ਉਹਨਾਂ ਦੇ ਨਾਲ ਖੁਦਾ ਦੀ ਗੱਲ ਕਦੀ ਨਹੀਂ ਹੁੰਦੀ, ਪਰਮੇਸ਼ਰ ਦੀ ਆਪਣੇ ਪੈਦਾ ਕਰਨ ਵਾਲੇ ਨਾਲ ਕਦੀ ਗੱਲ ਹੁੰਦੀ ਨਹੀਂ। ਬਿਨਾਂ ਗੱਲ ਕੀਤੇ ਮਰ ਜਾਂਦੇ ਹਨ। ਮੇਰੇ ਭੈਣ ਭਰਾਓ, ਅਸੀਂ ਉਹ ਮੁਬਾਰਕ ਲੋਕਾਂ, ਅਸੀਂ ਧਰਤੀ ਤਿਆਗ ਕੇ ਵੀ ਆਪਣੇ ਬਾਪ ਨਾਲ ਗੱਲ ਕਰ ਸਕਦੇ ਹਾਂ। ਇੱਥੋਂ ਜਾਣ ਤੋਂ ਬਾਅਦ ਵੀ ਗੱਲ ਕਰਾਂਗੇ। ਮੈਂ ਸੰਸਾਰ ਦੀ ਅਮੀਰੀ ਦੀ ਗੱਲ ਨਹੀਂ ਕਰ ਰਿਹਾ। ਅਸੀਂ ਅਮੀਰ ਲੋਕ ਆ ਜਿਨ੍ਹਾਂ ਅੰਦਰ ਹੋਲੀ ਸਪਿਰਿਟ ਆ, ਜਿਨ੍ਹਾਂ ਦੇ ਨਾਮ ਸੁਰ 'ਚ ਲਿਖੇ ਗਏ ਨੇ, ਜਿਨ੍ਹਾਂ ਦੇ ਅੰਦਰ ਪਵਿੱਤਰ ਆਤਮਾ ਦੀਆਂ ਦਾਤਾਂ ਹਨ। ਉਹ ਧਨੀ ਲੋਕ ਹੁੰਦੇ ਹਨ। ਅੱਜ ਨੋਟ ਕਰਿਓ, ਆਤਮਿਕ ਧਨ ਲੋਕਾਂ ਕੋ ਨਹੀਂ ਆ, ਜਿਸਮਾਨੀ ਕਰੋੜਾਂ ਤੇ ਅਰਬਾਂ ਲੋਕਾਂ ਕੋ ਸਾਦਾ ਹੈ। ਦੁਨੀਆ 'ਚ ਬਹੁਤ ਲੋਕ ਆ ਜਿਨ੍ਹਾਂ ਕੋ ਸਰੀਰਿਕ ਧਨ ਬਹੁਤ ਜ਼ਿਆਦਾ, ਬੇਹੱਦ ਨੂੰ ਪਤਾ ਨਹੀਂ ਕਿੱਥੇ ਕਿੱਥੇ ਆ। ਪਰ ਪਰਮੇਸ਼ਰ ਵਿੱਚ ਮੈਂ ਫਕਰ ਕਰਦਾ, ਸਾਡੇ ਕੋ ਆਤਮਿਕ ਧਨ ਆ ਜਿਹਨੂੰ ਨਾ ਚੋਰ ਚੁਰਾਉਂਦਾ, ਨਾ ਕੀੜੇ ਖਾਂਦੇ ਹਨ। ਮੈਂ ਉਸ ਆਤਮਿਕ ਧਨ ਦੀ ਗੱਲ ਕਰਾਂ। ਉਸ ਆਤਮਿਕ ਧਨ ਨੂੰ ਇਕੱਠਾ ਕਰੋ ਜਿਹੜਾ ਲੋਕਾਂ ਨੂੰ ਛੁਟਕਾਰਾ ਦੇਵੇ। ਇੱਕ ਮਹਾਨ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਪਰਮੇਸ਼ਰ ਦੇ ਇੱਕ ਮਹਾਨ ਸੰਤ ਵੈਨੀ ਨੇ ਪਿਛਲੇ ਦਿਨਾਂ 'ਚ 2 ਮੈਸੇਜ ਪਾਏ ਆ ਵਿਲੀਅਮ ਬਨਹਾਮ ਦੇ ਉੱਤੇ। ਉਹ ਮੈਂ ਸੁਣੇ, ਬਹੁਤ ਅੱਛਾ ਲੱਗਾ। ਵਿਲੀਅਮ ਬਨਹਾਮ ਖੜੇ ਹੁੰਦੇ ਸੀ, ਉਹਨਾਂ ਪਿੱਛੇ ਇੱਕ ਲਾਈਟ ਆ ਜਾਂਦੀ ਸੀ ਜਿਹੜੇ ਪ੍ਰੀਚ ਕਰਦੇ ਸੀ। ਵੈਨਹਿਨ ਉਹਨਾਂ ਦੀ ਟੈਸਟਮਨੀ ਦੇ ਰਹੇ ਆ, ਕਹਿੰਦੇ ਕਿ ਇਹ ਕਿਸੇ ਦੇ ਘਰ ਦੀ ਗੱਲ ਵੀ ਦੱਸ ਸਕਦੇ ਸੀ, ਤੁਹਾਡੇ ਕਾਰਨ ਕਿ ਕਿਸੇ ਦੀ ਵੀ ਗੱਲ ਦੱਸ ਸਕਦੇ ਸੀ। ਰਾਤ ਨੂੰ ਤਾਂ ਆਪਣੇ ਬੰਦ ਕਮਰੇ 'ਚ ਕਿਹੜੀਆਂ ਗੱਲਾਂ ਕੀਤੀਆਂ ਉਹ ਵੀ ਦੱਸ ਸਕਦੇ ਸੀ। ਇਹੋ ਜਿਹੇ ਅਭਿਸ਼ੇਕ ਦੀ ਜ਼ਰੂਰਤ ਆ। ਮੈਨੂੰ ਪਤਾ ਨਹੀਂ ਦੂਜੇ ਚਰਚਾਂ ਨੂੰ ਹੈਗੀ ਕਿ ਨਹੀਂ ਹੈਗੀ, ਪਰ ਮੇਰੇ ਚਰਚ ਨੂੰ ਇਸ ਚੀਜ਼ ਦੀ ਲੋੜ ਆ। ਮੇਰੇ ਭੈਣ ਭਰਾਓ, ਇਹ ਕਦੋਂ ਆਏਗਾ? ਜਿਲੇ ਦਾਊਦ ਵਾਂਗੂ ਹੰਬਲ ਹੋ ਕੇ ਕਹਾਂਗੇ ਯਾਰ ਕੁਛ ਵੀ ਨਹੀਂ ਹੋਇਆ, ਸੌਰੀ ਯਾਰ, ਜਾਓ ਯਾਰ। ਬਸ ਸ਼ੱਕ ਦੀ ਅਗਲੇ ਦੀ ਵੀ ਗਲਤੀ ਹੋ ਤਾਂ ਵੀ ਉਹਨੂੰ ਕਹਿ ਸਕਦੇ ਜਾ ਯਾਰ। ਮਰਨਾ ਹੈ, ਮਰਨਾ ਪਏਗਾ ਤੁਹਾਨੂੰ ਮਸੀਹ ਵਿੱਚ।
ਬਾਈਬਲ ਕਹਿੰਦੀ ਯੋਹਨਾ ਰਤੀ ਸੁਸਮਾਚਾਰ, ਜਦ ਤੱਕ ਕਣਕ ਦਾ ਦਾਣਾ ਮਿੱਟੀ ਵਿੱਚ ਪੈ ਕੇ ਮਰ ਨਾ ਜਾਵੇ ਉਹ ਕਦੀ ਫਲ ਨਹੀਂ ਦਿੰਦਾ। ਮਰਦਾ ਉਹਦੇ ਨਾਲ ਕਿੰਨੇ ਉੱਤੇ ਕਣਕ ਦੇ ਦਾਣੇ ਇਹਨਾਂ ਦਿਨਾਂ ਚੱਲੇਗੀ ਕਣਕ, ਉੱਤੇ ਛੱਟੇ ਜਾ ਕੇ ਦੇਖੋ ਇੱਕ ਕਣਕ ਦੇ ਦਾਣੇ ਨੇ ਕਿੰਨੇ ਦਾਣੇ ਲੈ ਕੇ ਆਉਂਦੇ। ਆਪਣੀ ਜਾਂਚ ਕਰਕੇ ਦੇਖੋ, ਜੇ ਤੁਸੀਂ ਮਰ ਗਏ ਤੇ ਕਿੰਨੇ ਲੋਕਾਂ ਨੂੰ ਤੁਸੀਂ ਜੀਵਨ ਦਿੱਤਾ, ਕਿੰਨੇ ਲੋਕ ਤੇਰੀ ਗਵਾਹੀ ਨਾਲ ਪ੍ਰਭਾਵਿਤ ਹੋਏ, ਕਿੰਨੇ ਲੋਕ ਤੇਰੇ ਨਾਲ ਮਸੀਹ ਵਿੱਚ ਆਏ। ਜਵਾਬ ਨਹੀਂ ਆਏਗਾ ਤੁਹਾਨੂੰ ਖੁਦਾ ਪੁੱਛੇਗਾ ਕਿ ਤੂੰ ਜੇ ਸਹੀ ਮਰ ਜਾਂਦਾ ਤੇ ਤੈਨੂੰ ਕਿੰਨੇ ਛਿੱਟੇ ਲੱਗਣੇ ਸੀ। ਜੇ ਇੱਕ ਕਣਕ ਇੱਕ ਛੱਲੀ ਦਾ ਦਾਣਾ ਉੱਗਦਾ, ਉੱਪਰ ਛੱਲੀ ਆਉਂਦੀ, ਇਹ ਵੀ ਪਰਮੇਸ਼ਰ ਦੇ ਦਾਸ ਨੇ ਆਪਣੀ ਪੁਸਤਕ 'ਚ ਵਰਨਾਮ ਨੇ ਲਿਖਿਆ, ਇੱਕ ਦਾਣਾ ਮਰਿਆ ਸੀ, ਉਹਦੇ ਨਾਲ 100 ਤੋਂ ਜ਼ਿਆਦਾ ਦਾਣੇ ਹੁੰਦੇ ਛੱਲੀ 'ਚ, 150 ਦਾਣਾ ਤੱਕ ਹੁੰਦਾ ਘੱਟ ਘੱਟ, ਉਹ ਇੰਨੇ ਪੈਦਾ ਕਰਦੀ, ਇੱਕ ਦਾਣਾ ਇੰਨੇ ਦਾਣੇ ਪੈਦਾ ਕਰਦਾ। ਮਸੀਹ ਵਿੱਚ ਵੀ ਉਹਨਾਂ ਨੇ ਪੁਸਤਕ 'ਚ ਇੱਦਾਂ ਲਿਖਿਆ, ਜੇ ਤੁਸੀਂ ਵੀ ਮਰੋਗੇ ਤੇ ਇੱਦਾਂ ਹੀ ਪੈਦਾ ਕਰੋਗੇ, ਜਿਹੜੇ ਤੁਹਾਨੂੰ ਲੱਗੇਗਾ ਫਲ, ਫਿਰ 100-150 ਦਾਣਾ ਆਏਗਾ। ਹਾਲੇ ਤੱਕ ਤਾਂ ਇੱਕ ਵੀ ਨਹੀਂ ਲੱਗਾ, ਫਿਰ ਵੀ ਅਸੀਂ ਆਪਣੇ ਨੂੰ ਇਮਾਨਦਾਰ ਗਿਣਦੇ ਕਿ ਨਾ ਮੈਂ ਬਹੁਤ ਧਰਮੀ ਹਾਂ। ਤੂੰ ਕੁਛ ਵੀ ਨਹੀਂ, ਜਾਂਚ ਕਰਕੇ ਦੇਖੋ ਆਪਣੀ, ਤੇਰੇ ਨਾਲ ਕਿੰਨੇ ਦਾਣੇ ਲੱਗੇ। ਤੂੰ ਮਰਿਆ ਨਹੀਂ, ਮਰੂੰਗਾ ਤੇ ਤੇਰੀ ਗਵਾਹੀ ਲੋਕਾਂ ਤੱਕ ਜਾਏਗੀ, ਲੋਕ ਤੈਨੂੰ ਪੁੱਛਣ ਕਿੱਥੇ ਜਾਂਦੇ। ਮਸੀਹ ਵਿੱਚ ਮੇਰੇ ਭੈਣ ਭਰਾਓ, ਮਸੀਹ ਵਿੱਚ ਤੁਹਾਨੂੰ ਮਰਨਾ ਪੈਣਾ ਤੇ ਫਿਰ ਕੁਛ ਆਣਾ। ਦਾਊਦ ਮਰ ਚੁੱਕਾ ਸੀ ਪੂਰੀ ਤਰ੍ਹਾਂ, ਇਸੇ ਕਰਕੇ ਸ਼ਾਉਲ ਪਾਤਸ਼ਾਹ ਚੁੱਕ ਗਿਆ। ਦਾਊਦ ਦੇ ਸਾਰੇ ਜ਼ਬੂਰ ਪ੍ਰਭਾਵਸ਼ਾਲੀ। ਦਾਊਦ ਨੂੰ ਗਾਣਾ ਸੌਖਾ, ਦਾਊਦ ਬਣਨਾ ਔਖਾ। ਦਾਊਦ ਨੂੰ ਗਾਣਾ ਸੌਖਾ, ਉਹ ਦਾਊਦ ਦਾ ਜ਼ਰੂਰ ਗਾਵਾਂਗੇ। ਇਸ ਕਰਕੇ ਅੱਜ ਇਸ ਫੈਸਲੇ ਨਾਲ ਚੱਲੀਏ, ਪ੍ਰਭੂ ਤੇਰਾ ਪਹਿਲੀ ਐਤ ਅਸੀਂ ਪੜ੍ਹੀ ਆ ਮੱਤੀ 5:11, ਜਦ ਲੋਕ ਮੇਰੇ ਨਾਂ ਕਰਕੇ ਤੁਹਾਨੂੰ ਕਹਿਣ ਖੁਸ਼ ਹੋਵੋ, ਆਨੰਦ ਹੋਵੋ, ਤੁਹਾਡਾ ਸਵਰਗ 'ਚ ਪ੍ਰਤੀਫਲ ਆ। ਜੇ ਤੁਸੀਂ ਚੀਜ਼ ਦੇ ਭੁੱਖੇ ਪਿਆਸੇ ਹੋ ਤਾਂ ਫਿਰ ਤੁਹਾਨੂੰ ਬਰਦਾਸ਼ਤ ਕਰਨਾ ਪੈਣਗੀਆਂ ਲੋਕਾਂ ਦੀਆਂ, ਬਹੁਤ ਕੁਛ ਤੁਹਾਨੂੰ ਕਹਿਣਗੇ। ਉਹ ਐਂ ਆਊਗਾ, ਕੁਛ ਨਹੀਂ ਕਹਿਤਾ, ਮੈਂ ਇੱਦਾਂ ਹੀ ਹਾਂ, ਕੋਈ ਗੱਲ ਨਹੀਂ। ਮੈਨੂੰ ਮੇਰੇ ਅੰਦਰ ਇੱਕ ਲਾਲਸਾ ਆ ਜਾਏ ਕਿ ਮੈਨੂੰ ਕਿਸੇ ਵੀ ਰੀਤੀ ਨਾਲ ਮੈਨੂੰ ਦਰਸ਼ਨ ਦੇਖਣਾ, ਮੈਨੂੰ ਅਨੁਵਾਦ ਸੁਣਨਾ ਹੈ, ਬਸ ਮੈਨੂੰ ਕੁਛ ਨਹੀਂ, ਮੈਨੂੰ ਜੋ ਮਰਜ਼ੀ ਕੋਈ ਕਵੇ। ਜਿਲੇ ਤੁਹਾਡੇ ਅੰਦਰ ਇਹ ਚੀਜ਼ ਪੈਦਾ ਹੋ ਜਾਏਗੀ ਤੇ ਸੰਸਾਰ ਦੇ ਲੋਕ ਕੀ ਕਹਿੰਦੇ, ਉਹ ਮਰ ਜਾਓਗੇ, ਇਹ ਚੀਜ਼ ਤੁਹਾਡੇ ਉੱਤੇ ਆਏਗੀ ਤੇ ਫਿਰ ਲੋਕ ਲੱਭਦੇ ਵਿਸ਼ਵਾਸੀ ਲੋਕੋ ਤੁਹਾਡੇ ਘਰਾਂ 'ਚ ਤੁਹਾਡੇ ਆਉਣਗੇ। ਉਹ ਕਹਿਣਗੇ ਮੈਨੂੰ ਤੇਰੀ ਜ਼ਰੂਰਤ ਆ ਭੈਣ ਮੇਰੀ ਹੈ, ਮੇਰੇ ਭਰਾ, ਮੇਰੇ ਲਈ ਪੁੱਛ ਖੁਦਾ ਨੂੰ, ਪੁੱਛ ਕੇ ਦੱਸ। ਇਹੋ ਜਿਹੇ ਬਣਨ ਵਾਸਤੇ ਬਾਈਬਲ ਪੜ੍ਹਨੀ ਪੈਂਦੀ, ਸਿੱਖਣਾ ਪੈਂਦਾ ਕਿ ਕਿਹੜੇ ਬੰਦੇ ਦਾ ਕਰੈਕਟਰ ਕਿਵੇਂ ਰਿਹਾ, ਕਿਹੜੇ ਬੰਦੇ ਦਾ ਕਰੈਕਟਰ ਕਿਵੇਂ ਰਿਹਾ। ਇਸ ਕਰਕੇ ਅੱਜ ਇਹ ਵਚਨ ਨੂੰ ਚੇਤੇ ਰੱਖਣਾ ਕਿ ਪ੍ਰਭੂ ਕਾਸ਼ ਕਿ ਮੈਂ ਵੀ ਦਾਊਦ ਵਾਂਗੂ ਕਿ ਕੋਈ ਮੇਰੇ ਖਿਲਾਫ ਬੋਲਦਾ, ਮੈਂ ਕਹਿ ਸਕਾਂ ਕਿ ਕੋਈ ਗੱਲ ਨਹੀਂ ਵੀਰ ਜੀ, ਜੋ ਵੀ ਤੁਸੀਂ ਕਹਿੰਦੇ ਹੋ ਠੀਕ ਆ, ਪਰ ਮੈਨੂੰ ਤੁਹਾਡੇ ਖਿਲਾਫ ਕੁਛ ਨਹੀਂ ਕਹਿਣਾ। ਉਹ ਇਹੀ ਕਹੇਗਾ ਨਾ, ਡਰ ਗਿਆ, ਇੱਥੋਂ ਜ਼ਿਆਦਾ ਕੁਛ ਨਹੀਂ ਕਹਿ ਸਕਦਾ। ਉਹ ਡਰਦੇ ਆ ਸਾਡੇ ਕੋਲੋਂ, ਹਾਂਜੀ ਡਰਦੇ ਆ, ਪਰ ਤੇਰੇ ਇੰਨੀਆਂ ਗੱਲਾਂ ਸੁਣ ਕੇ ਮੈਂ ਆਪਣੇ ਪਰਮੇਸ਼ਰ ਦੀ ਆਸ਼ੀਸ਼ ਨੂੰ ਥੋੜ੍ਹੀ ਖੋ ਦੇਣਾ। ਮੈਂ ਡਰਦਾ ਹੀ ਚੰਗਾ ਹੈ, ਪਰ ਮੈਂ ਉਹਦੀ ਕੁਵਤ ਨੂੰ ਜਿਹੜੇ ਪ੍ਰਾਪਤ ਕਰੂੰਗਾ, ਇੱਕ ਨੇ ਦੇ ਪਿੱਛੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਣਗੀਆਂ, ਤੇਰੇ ਤੇ ਮਸਾ ਆਏਗਾ।